आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 165। ਬੱਚਿਆਂ ਨੂੰ ਸਿੱਖਿਆ ਜ਼ਰੂਰ ਦਿਵਾਉਣੀ ਚਾਹੀਦੀ ਹੈ। कबीर मात पिता सो शत्रु है बाल पढ़ावे नाही, हंसन में बगुला यथा तथा अनपढ़ सो पंडित माही। भाव अर्थ जो माता पिता अपने ਬੱਚਿਆਂ ਨੂੰ ਪੜਾਉਂਦੇ ਨਹੀਂ ਉਹ ਆਪਣੇ ਬੱਚਿਆਂ ਦੇ ਸ਼ਤਰੂ ਹਨ। ਅਸਿੱਖਿਅਤ ਵਿਅਕਤੀ ਸਿੱਖਿਅਤ ਵਿਅਕਤੀਆਂ ਵਿੱਚ ਅਜਿਹਾ ਹੁੰਦਾ ਹੈ। ਜਿਵੇਂ ਹੰਸ ਪੰਛੀਆਂ ਵਿੱਚ ਬਗਲਾ, ਇੱਥੇ ਪੜ੍ਹਾਉਣ ਦਾ ਤਤਪਰ ਧਾਰਮਿਕ ਗਿਆਨ ਕਰਾਉਣ ਤੋਂ ਹੈ, ਸਤਸੰਗ ਆਦਿ ਸੁਣਨ ਤੋਂ ਹੈ। ਜੇਕਰ ਕਿਸੇ ਵਿਅਕਤੀ ਨੂੰ ਅਧਿਆਤਮਿਕ ਗਿਆਨ ਨਹੀਂ ਹੈ ਤਾਂ ਉਹ ਸ਼ੁਭ ਅਸ਼ੁਭ ਕਰਮਾਂ ਨੂੰ ਨਹੀਂ ਜਾਣ ਪਾਉਂਦਾ, ਜਿਸ ਕਾਰਨ ਨਾਲ ਉਹ ਪਾਪ ਕਰਦਾ ਰਹਿੰਦਾ ਹੈ। ਜੋ ਸਤਸੰਗ ਸੁਣਦੇ ਹਨ ਉਹਨਾਂ ਨੂੰ ਸੰਪੂਰਨ ਕਰਮਾਂ ਦਾ ਅਤੇ ਅਧਿਆਤਮ ਦਾ ਗਿਆਨ ਹੋ ਜਾਂਦਾ ਹੈ। ਉਹ ਕਦੀ ਪਾਪ ਨਹੀਂ ਕਰਦਾ। ਉਹ ਹੰਸ ਪੰਛੀ ਜਿਹਾ ਹੈ ਜੋ ਸਰੋਵਰ ਤੋਂ ਕੇਵਲ ਮੋਤੀ ਖਾਂਦਾ ਹੈ, ਜੀਵ ਜੰਤੂ ਮੱਛਲੀ ਆਦਿ ਨਹੀਂ ਖਾਂਦਾ। ਇਸ ਦੇ ਉਲਟ ਅਧਿਆਤਮ ਗਿਆਨਹੀਣ ਵਿਅਕਤੀ ਬਗੁਲੇ ਪੰਛੀ ਜਿਹਾ ਸੁਭਾਅ ਦਾ ਹੁੰਦਾ ਹੈ। ਬਗੁਲਾ ਪੰਛੀ ਮੱਛਲੀ ਕੀੜੇ ਮਕੌੜੇ ਆਦਿ ਜਲ ਦੇ ਜੰਤੂ ਖਾਂਦਾ ਹੈ। ਸਰੀਰ ਤੋਂ ਦੋਨੋਂ ਯਾਨੀ ਹੰਸ ਪੰਛੀ ਅਤੇ ਬਗਲਾ ਪੰਛੀ ਇੱਕੋ ਜਿਹੇ ਆਕਾਰ ਅਤੇ ਸਫੇਦ ਰੰਗ ਦੇ ਹੁੰਦੇ ਹਨ। ਉਹਨਾਂ ਨੂੰ ਦੇਖ ਕੇ ਪਹਿਚਾਣਿਆ ਨਹੀਂ ਜਾ ਸਕਦਾ, ਉਹਨਾਂ ਦੇ ਕਰਮਾਂ ਤੋਂ ਪਤਾ ਚੱਲਦਾ ਹੈ। ਇਸ ਹੀ ਪ੍ਰਕਾਰ ਤੱਤਵ ਗਿਆਨ ਯੁਕਤ ਵਿਅਕਤੀ ਸ਼ੁਭ ਕਰਮਾਂ ਤੋਂ ਅਤੇ ਤੱਤਵ ਗਿਆਨਹੀਣ ਵਿਅਕਤੀ ਅਸ਼ੁਭ ਕਰਮਾਂ ਤੋਂ ਪਹਿਚਾਣਿਆ ਜਾਂਦਾ ਹੈ। कबीर पहले अपने धर्म को भली भांति सिखलाए, अनय धर्म की सीख सुनी भटकी बाल बुद्धि जाए। भाव अर्थ ਬੱਚਿਆਂ ਨੂੰ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪਹਿਲਾਂ ਆਪਣੇ ਧਰਮ ਦਾ ਗਿਆਨ ਪੂਰਨ ਰੂਪ ਨਾਲ ਕਰਾਉਣਾ ਚਾਹੀਦਾ ਹੈ। ਜਿਨ੍ਹਾਂ ਨੂੰ ਆਪਣੇ ਧਰਮ ਯਾਨੀ ਧਾਰਮਿਕ ਕਿਰਿਆ ਦਾ ਗਿਆਨ ਨਹੀਂ, ਉਹ ਬਾਲਕ ਜਿਹੀ ਬੁੱਧੀ ਦਾ ਹੁੰਦਾ ਹੈ। ਉਹ ਹੋਰ ਧਰਮ ਪੰਥ ਦੀ ਸਿੱਖਿਆ ਸੁਣ ਕੇ ਭਟਕ ਜਾਂਦੇ ਹਨ। ਜਿਨ੍ਹਾਂ ਨੂੰ ਆਪਣੇ ਧਰਮ ਯਾਨੀ ਪੰਥ ਦਾ ਸੰਪੂਰਨ ਗਿਆਨ ਹੈ ਉਹ ਪਰਮਿਤ ਨਹੀਂ ਹੁੰਦਾ। ਧਰਮ ਬੋਧ ਪੰਨਾ ਨੰਬਰ 182 ਦਾ ਸਾਰੰਸ਼। कबीर जो कुछ धन का लाभ हो शुद्ध कमाई कीन, ता धन के 10वें अंश को अपने गुरु को दीन, 10वां अंश गुरु को दीजै अपना जन्म सफल कर लीजै। भावरथ शुद्ध नेक कमाई नाल जो लाभ हुंदा है उस दा 10वां भाग अपने गुरुदेव नू दान करना चाहिदा है। कबीर जो गुरु निकट निवास करे तो सेवा कर नित, जो कुछ दूर बसै पल पल ध्यान से हित। भाव अर्थ ਜੇਕਰ ਗੁਰੂ ਜੀ ਦਾ ਸਥਾਨ ਆਪ ਦੇ ਨਿਵਾਸ ਦੇ ਕੋਲ ਹੈ ਤਾਂ ਪ੍ਰਤੀਦਿਨ ਸੇਵਾ ਦੇ ਲਈ ਜਾਓ। ਜੇਕਰ ਦੂਰ ਹੈ ਤਾਂ ਉਹਨਾਂ ਦੀ ਯਾਦ ਪਲ ਪਲ ਕਰਨੀ ਚਾਹੀਦੀ ਹੈ। ਇਸ ਨਾਲ ਸਾਧਕ ਦਾ ਹਿਤ ਯਾਨੀ ਲਾਭ ਪ੍ਰਾਪਤ ਹੁੰਦਾ ਹੈ। ਕਬੀਰ ਛਠੇ ਮਾਸ ਗੁਰੂ ਦਰਸ਼ ਕਰਨ ਤੇ ਕਬਹੂ ਨਾ ਚੂਕੋ ਹੰਸ, ਗੁਰੂ ਦਰਸ਼ ਅਰੂ ਸਤਸੰਗ ਵਿਚਾਰ ਸੋ ਉਦਰੈ ਜਾਤ ਹੈ ਵੰਸ਼। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 166। कबीर छठे मास ना करी सके वर्ष में करो ताए, वर्ष में दर्श नाही करे सो भगत साकिट ठहराए। कबीर जय गुरु परलोक गमन करे सीख मानियो शीश, हरदम गुरु को साथ जानी सुमरो नित जगदीश। कबीर गुरु मरा मत जानियो वसत त्यागा स्थूल, सुखशम देही गमन करी खिला अमर विह फूल। कबीर सतलोक में बैठी कर गुरु निरखे तोहे, गुरु तजना और मान्यो अध्यात्म हानि होए। कबीर गुरु के शिष्य की जगदीश करे सहाय, नाम जपे और दान धर्म में कभू न अलसाए। कबीर जैसे रव आकाश से सबके साथ रहाए, उछणता और प्रकाश को दूरी से पहुंचाए। कबीर ऐसे गुरु जहां बसै सब पर करे रजा, गुरु समीप जानकर सकल विकार करत लजा। भाव अर्थ गुरु जी दे दर्शन 6वें महीने ਜ਼ਰੂਰ ਕਰੋ। ਸਤਸੰਗ ਅਤੇ ਗੁਰੂ ਦਰਸ਼ਨ ਨਾਲ ਪੂਰਾ ਵੰਸ਼ ਮੁਕਤ ਹੋ ਜਾਂਦਾ ਹੈ। ਜੇਕਰ 6ਵੇਂ ਮਹੀਨੇ ਦਰਸ਼ਨ ਨਹੀਂ ਕਰ ਸਕਦਾ ਤਾਂ ਸਾਲ ਵਿੱਚ ਬੇਸਬਰਾ ਹੋ ਕੇ ਯਾਨੀ ਅਤੇ ਉਤਸ਼ਾਹ ਦੇ ਨਾਲ ਦਰਸ਼ਨ ਕਰਨ ਜਾਏ। ਜੇਕਰ ਇੱਕ ਸਾਲ ਵਿੱਚ ਗੁਰੂ ਦਰਸ਼ਨ ਨਹੀਂ ਕਰਦਾ ਹੈ ਤਾਂ ਉਹ ਸ਼ਿਸ਼ ਭਗਤੀਹੀਣ ਮੰਨਿਆ ਜਾਂਦਾ ਹੈ। ਜੇਕਰ ਗੁਰੂ ਜੀ ਚਲੇ ਗਏ ਤਾਂ ਉਹਨਾਂ ਦੀ ਸਿੱਖਿਆ ਨੂੰ ਆਧਾਰ ਮੰਨ ਕੇ ਆਪਣਾ ਧਰਮ ਕਰਮ ਕਰਦੇ ਰਹੋ। ਆਪਣੇ ਗੁਰੂਦੇਵ ਨੂੰ ਪਲ ਪਲ ਆਪਣੇ ਨਾਲ ਸਮਝ ਕੇ ਪਰਮੇਸ਼ਵਰ ਦਾ ਭਜਨ ਕਰੋ। ਜੋ ਗੁਰੂ ਜੀ ਨੇ ਦੀਖਿਆ ਮੰਤਰ ਦਿੱਤੇ ਹਨ ਉਹਨਾਂ ਦਾ ਜਾਪ ਕਰਦੇ ਰਹੋ। ਗੁਰੂ ਜੀ ਨੂੰ ਮਰਿਆ ਨਹੀਂ ਸਮਝੋ, ਇਹ ਤਾਂ ਸਥੂਲ ਸਰੀਰ ਤਿਆਗਿਆ ਹੈ ਜਿਵੇਂ ਵਸਤਰ ਉਤਾਰ ਦਿੱਤੇ ਜਾਂਦੇ ਹਨ। ਸਰੀਰ ਤਾਂ ਸੁਰੱਖਿਅਤ ਰਹਿੰਦਾ ਹੈ, ਇਸ ਹੀ ਪ੍ਰਕਾਰ ਸਥੂਲ ਸਰੀਰ ਰੂਪੀ ਵਸਤਰ ਤਿਆਗਿਆ ਹੈ। ਨੂਰੀ ਸਰੀਰ ਨਾਲ ਸਤਲੋਕ ਚਲੇ ਗਏ ਹਨ, ਉੱਥੋਂ ਅਮਰਤਵ ਪ੍ਰਾਪਤ ਕਰ ਲਿਆ ਹੈ।
ਆਪ ਦਾ ਇੰਤਜ਼ਾਰ ਕਰ ਰਹੇ ਹਨ। ਆਪ ਜੀ ਨੂੰ ਵੀ ਤਾਂ ਜਾਣਾ ਹੈ। ਬਿਨਾਂ ਮਰੇ ਯਾਨੀ ਸਥੂਲ ਸਰੀਰ ਤਿਆਗੇ ਸਤਲੋਕ ਜਾਇਆ ਨਹੀਂ ਜਾ ਸਕਦਾ। ਇਹ ਤਾਂ ਸ਼ਿਸ਼ਾਨ ਨੂੰ ਵੀ ਤਿਆਗਣਾ ਹੈ। ਫਿਰ ਗੁਰੂ ਜੀ ਦੇ ਸਰੀਰ ਤਿਆਗਣ ਦਾ ਸ਼ੋਕ ਨਾ ਕਰਕੇ ਉਹਨਾਂ ਦੇ ਦੁਆਰਾ ਦੱਸੀ ਗਈ ਸਾਧਨਾ ਕਰੋ ਅਤੇ ਮਰਿਆਦਾ ਦਾ ਪਾਲਣ ਕਰਦੇ ਹੋਏ ਆਪਣਾ ਜੀਵਨ ਸਫਲ ਬਣਾਓ। ਗੁਰੂਦੇਵ ਸਤਲੋਕ ਵਿੱਚ ਬੈਠ ਕੇ ਆਪ ਨੂੰ ਦੇਖ ਰਿਹਾ ਹੁੰਦਾ ਹੈ। ਗੁਰੂ ਜੀ ਦੇ ਸੰਸਾਰ ਛੱਡ ਜਾਣ ਦੇ ਪਿੱਛੋਂ ਹੋਰ ਨੂੰ ਗੁਰੂ ਨਹੀਂ ਦੇਖਣਾ, ਨਹੀਂ ਤਾਂ ਭਗਤੀ ਦੀ ਹਾਨੀ ਹੋ ਜਾਏਗੀ। ਗੁਰੂ ਜੀ ਦੇ ਉਪਦੇਸ਼ੀ ਸ਼ਿਸ਼ਾਨ ਦੀ ਪਰਮੇਸ਼ਵਰ ਸਹਾਇਤਾ ਕਰਦਾ ਹੈ। ਸ਼ਿਸ਼ ਨੂੰ ਗੁਰੂ ਜੀ ਦੇ ਦੱਸੇ ਨਾਮ ਜਾਪ ਅਤੇ ਦਾਨ ਧਰਮ ਕਰਨ ਵਿੱਚ ਕਦੀ ਆਲਸ ਨਹੀਂ ਕਰਨਾ ਚਾਹੀਦਾ ਹੈ। ਜਿਵੇਂ ਸੂਰਜ ਦੂਰ ਆਕਾਸ਼ ਤੋਂ ਸਭ ਨੂੰ ਊਸ਼ਣਤਾ ਅਤੇ ਪ੍ਰਕਾਸ਼ ਪ੍ਰਦਾਨ ਕਰਦਾ ਹੈ, ਸਭ ਨੂੰ ਆਪਣੇ ਨਾਲ ਦਿਖਾਈ ਦਿੰਦਾ ਹੈ, ਇਸੇ ਤਰ੍ਹਾਂ ਗੁਰੂ ਜੀ ਕਿਤੇ ਵੀ ਬੈਠੇ ਹੈ, ਉੱਥੋਂ ਹੀ ਆਪਣੇ ਭਗਤਾਂ ਉੱਤੇ ਕਿਰਪਾ ਕਰਦਾ ਹੈ। ਗੁਰੂ ਜੀ ਨੂੰ ਸਮੀਪ ਅਤੇ ਦ੍ਰਿਸ਼ਟਾ ਜਾਣ ਕੇ ਸਭ ਵਿਸ਼ੇ ਵਿਕਾਰਾਂ ਨੂੰ ਕਰਨ ਵਿੱਚ ਸ਼ਰਮ ਕਰਕੇ ਪਰਹੇਜ਼ ਕਰੋ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 167, ਧਰਮ ਬੋਧ ਪੰਨਾ ਨੰਬਰ 183 ਦਾ ਸਾਰੰਸ਼। ਕਬੀਰ ਕੀਤੇ ਜਨਕਾਦਿਕ ਗਿਰਹੀ ਜੋ ਨਿਜ ਧਰਮ ਪਰਵੀਨ, ਪਾਇਓ ਸ਼ੁਭ ਗਤੀ ਆਪ ਹੀ ਔਰ ਨਹੂ ਮਤੀ ਦੀਨ। ਭਾਵ ਅਰਥ, ਰਾਜਾ ਜਨਕ ਜਿਹੇ ਗ੍ਰਹਿਸਥੀ ਆਪਣੇ ਧਰਮ ਦੇ ਵਿਦਵਾਨ ਸਨ, ਯਾਨੀ ਮਾਨਵ ਕਰਮ ਦੇ ਗਿਆਨੀ ਸਨ, ਜਿਸ ਕਾਰਨ ਕਰਕੇ ਖੁਦ ਵੀ ਸ਼ੁਭ ਗਤੀ ਸਵਰਗ ਪ੍ਰਾਪਤ ਕੀਤਾ ਤੇ ਹੋਰਾਂ ਨੂੰ ਵੀ ਸਵਰਗ ਪ੍ਰਾਪਤੀ ਦਾ ਮਾਰਗ ਦੱਸਿਆ। ਕਬੀਰ ਹਰ ਕੇ ਹੇਤ ਨਾ ਦੇਤ ਧਨ ਦੇਤ ਕੁਮਾਰਗ ਮਾਹੀ, ਐਸ਼ੇ ਅਨਿਆਈ ਅਦਮ ਬਾਂਧੈ ਯਮਪੁਰ ਜਾਹੀ। ਭਾਵ ਅਰਥ, ਜੋ ਵਿਅਕਤੀ ਧਰਮ ਨਹੀਂ ਕਰਦੇ ਅਤੇ ਪੈਸੇ ਦਾ ਗਲਤ ਪ੍ਰਯੋਗ ਕਰਦੇ ਹਨ, ਸ਼ਰਾਬ ਪੀਂਦੇ ਹਨ, ਮਾਸ ਖਾਂਦੇ ਹਨ, ਤੰਬਾਕੂ ਸੇਵਨ ਕਰਦੇ ਹਨ ਜਾਂ ਬੇਅਰਥ ਦੇ ਦਿਖਾਵੇ ਵਿੱਚ ਖਰਚ ਕਰਦੇ ਹਨ, ਅਜਿਹੇ ਅਨਿਆਈ ਨੀਚ ਯਮਲੋਕ ਯਾਨੀ ਨਰਕਲੋਕ ਵਿੱਚ ਬੰਨ ਕੇ ਲੈ ਜਾਏ ਜਾਂਦੇ ਹਨ। ਭਗਤ ਵਿਵਹਾਰ ਕੈਸਾ ਹੋਵੇ, ਨਿਜਤਨ ਕੇ ਭਾਗੀ ਜੇਤੇ ਸਗੇ ਬੰਧੂ ਪਰਿਵਾਰ, ਜੈਸਾ ਜਾਕੋ ਭਾਗ ਹੈ ਦੀਜੈ ਧਰਮ ਸੰਪਾਰ। ਭਾਵ ਅਰਥ, ਪਰਮੇਸ਼ਵਰ ਕਬੀਰ ਜੀ ਨੇ ਕਿਹਾ ਹੈ ਕਿ ਸੰਪત્ਤੀ ਦੇ ਜੋ ਵੀ ਜਿੰਨੇ ਵੀ ਭਾਗ ਦੇ ਕਾਨੂੰਨੀ ਅਧਿਕਾਰੀ ਹਨ, ਉਹਨਾਂ ਨੂੰ ਪੂਰਾ ਭਾਗ ਦੇਣਾ ਚਾਹੀਦਾ ਹੈ। ਆਪਣੇ ਧਰਮ ਕਰਮ ਨੂੰ ਧਿਆਨ ਵਿੱਚ ਰੱਖ ਕੇ ਯਾਨੀ ਭਗਤ ਨੂੰ ਚਾਹੀਦਾ ਹੈ ਕਿ ਜਿਸ ਦਾ ਜਿੰਨਾ ਹਿੱਸਾ ਬਣਦਾ ਹੈ, ਪਰਮਾਤਮਾ ਤੋਂ ਡਰ ਕੇ ਪੂਰਾ ਵੰਡ ਦਿਓ। ਧਰਮ ਬੋਧ ਪੰਨਾ ਨੰਬਰ 184 ਦਾ ਸਾਰੰਸ਼। ਕਬੀਰ ਖਾਟ ਪੜੈ ਤਬ ਚਖਈ ਨਯਨ ਨਾਵੈ ਨੀਰ, ਯਤਨ ਤਬ ਕੁਛੁ ਨਹੀਂ ਤਨੂ ਵਿਆਪ ਮੇਰੀ ਤਯੂ ਪੀਰ। ਭਾਵ ਅਰਥ, ਵਿਰਧ ਹੋ ਕੇ ਜਾਂ ਰੋਗੀ ਹੋ ਕੇ ਜਦ ਮਾਨਵ ਚਾਰਪਾਈ ਉੱਤੇ ਪੈਂਦਾ ਹੈ ਅਤੇ ਅੱਖਾਂ ਵਿੱਚ ਹੰਝੂ ਵਹਿ ਰਹੇ ਹੁੰਦੇ ਹਨ, ਉਸ ਸਮੇਂ ਕੋਈ ਬਚਾਓ ਨਹੀਂ ਹੋ ਸਕਦਾ। ਮ੍ਰਿਤਯੂ ਦੇ ਸਮੇਂ ਹੋਣ ਵਾਲੀ ਪੀੜਾ ਹੋ ਰਹੀ ਹੁੰਦੀ ਹੈ। ਕਹਿੰਦੇ ਹਨ ਕਿ ਜੋ ਭਗਤੀ ਨਹੀਂ ਕਰਦੇ, ਉਹਨਾਂ ਦਾ ਅੰਤ ਸਮੇਂ ਮਹਾ ਕਸ਼ਟਦਾਇਕ ਹੁੰਦਾ ਹੈ। ਉਸ ਦੇ ਪ੍ਰਾਣ ਸਰਲਤਾ ਨਾਲ ਨਹੀਂ ਨਿਕਲਦੇ। ਉਸ ਨੂੰ ਇੰਨੀ ਪੀੜਾ ਹੁੰਦੀ ਹੈ ਜਿਵੇਂ 1 ਲੱਖ ਬਿਛੂਆਨ ਨੇ ਡੰਗ ਲਗਾ ਦਿੱਤਾ ਹੋਵੇ। ਉਸ ਸਮੇਂ ਯਮ ਦੇ ਦੂਤ ਉਸ ਦਾ ਗਲਾ ਬੰਦ ਕਰ ਦਿੰਦੇ ਹਨ। ਵਿਅਕਤੀ ਨਾ ਬੋਲ ਸਕਦਾ ਹੈ, ਨਾ ਪੂਰਾ ਸਵਾਂਸ਼ ਲੈ ਪਾਉਂਦਾ ਹੈ। ਕੇਵਲ ਅੱਖਾਂ ਤੋਂ ਹੰਝੂ ਨਿਕਲ ਰਹੇ ਹੁੰਦੇ ਹਨ। ਇਸ ਲਈ ਭਗਤੀ ਅਤੇ ਸ਼ੁਭ ਕਰਮ ਜੋ ਉੱਪਰ ਦੱਸੇ ਹਨ, ਮਾਨਵ ਨੂੰ ਜ਼ਰੂਰ ਕਰਨੇ ਚਾਹੀਦੇ ਹਨ। ਕਬੀਰ ਦੇਖੇ ਜਬ ਯਮ ਦੂਤਨ ਕੋਈ ਤੁਤ ਜੀਵ ਲੁਕਾਏ, ਮਹਾ ਭਯੰਕਰ ਪੈਖ ਲਖੀ ਪੈ ਪੀਤ ਹੋ ਜਾਏ। ਭਾਵ ਅਰਥ, ਯਮ ਦੇ ਦੂਤਾਂ ਦਾ ਭਿਆਨਕ ਰੂਪ ਹੁੰਦਾ ਹੈ। ਮ੍ਰਿਤਯੂ ਦੇ ਸਮੇਂ ਯਮਦੂਤ ਉਸ ਹੀ ਧਰਮ ਭਗਤੀਹੀਣ ਵਿਅਕਤੀ ਨੂੰ ਹੀ ਦਿਖਾਈ ਦਿੰਦੇ ਹਨ। ਉਹਨਾਂ ਨੂੰ ਦੇਖ ਕੇ ਭੈ ਦੇ ਮਾਰੇ ਉਹ ਪੁਰਾਣੀ ਸਰੀਰ ਵਿੱਚ ਹੀ ਇੱਧਰ ਉੱਧਰ ਲੁਕਣ ਦੀ ਕੋਸ਼ਿਸ਼ ਕਰਦਾ ਹੈ। कबीर भक्ति दान किया नहीं अब रहकास की ओट, मार पीट प्राण निकल ही जम तोड़ेंगे होंठ। भाव अर्थ, ना गुरु कीता ना भगति अते ना दान धर्म कीता, हुण किस दी ओट विच बचेगा। यम दे दूत मार पीट करके प्राण कड्डणगे अते बिना विचारे चोट मारनगे, यानी बेरहम हो के पीट पीट के तेरे होंठ फोड़नगे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 168। होंठ फोड़ना बेरेमी नाल कुटना अर्थात निर्दयता नाल मारनगे। धर्म बोध पन्ना नंबर 185 186 दा सधारण ज्ञान, धर्म बोध पन्ना नंबर 187 दा सारंश। कबीर मान अपमान सम कर जानै तजै जगत की आश, चाह रहित संशय रहित हर्ष शोक नहीं तास। भाव अर्थ, भगत नूं चाहे कोई अपमानित करे उस वल ध्यान ना देवो, उस दी बुद्धि उत्ते रहम करो अते जो सन्मान करदा है
ਉਸ ਉੱਤੇ ਵੀ ਧਿਆਨ ਨਾ ਦੇਵੋ, ਯਾਨੀ ਕਿਸੇ ਦੇ ਸਨਮਾਨ ਵਸ਼ ਹੋ ਕੇ ਆਪਣਾ ਧਰਮ ਖਰਾਬ ਨਾ ਕਰੋ। ਹਾਨੀ ਲਾਭ ਨੂੰ ਪਰਮਾਤਮਾ ਦੀ ਦੇਣ ਮੰਨ ਕੇ ਸੰਤੋਖ ਕਰੋ। ਕਬੀਰ ਮਾਰਗ ਚਲੈ ਅਦੋਗਤੀ, ਚਾਰ ਹਾਥ ਮਨ ਹੀ ਦੇਖ, ਪਰ ਤਰਿਆ ਪਰ ਧਨ ਨਾ ਚਾਹੈ, ਸਮਝ ਧਰਮ ਦੇ ਲੇਖ। ਭਾਵ ਅਰਥ, ਭਗਤ ਮਾਰਗ ਉੱਤੇ ਚੱਲਦੇ ਸਮੇਂ ਨੀਚੇ ਦੇਖ ਕੇ ਚਲੋ। ਭਗਤ ਦੀ ਦ੍ਰਿਸ਼ਟੀ ਚੱਲਦੇ ਸਮੇਂ 4 ਹੱਥ 6 ਫੁੱਟ ਦੂਰ ਸਾਹਮਣੇ ਰਹਿਣੀ ਚਾਹੀਦੀ ਹੈ। ਧਰਮ ਕਰਮ ਦੇ ਗਿਆਨ ਦਾ ਵਿਚਾਰ ਕਰਕੇ ਪਰਿਸਤਰੀ ਅਤੇ ਪਰਤਨ ਨੂੰ ਦੇਖ ਕੇ ਦੋਸ਼ ਦ੍ਰਿਸ਼ਟੀ ਨਾ ਕਰੋ। ਕਬੀਰ ਪਾਤਰ ਕੁਪਾਤਰ ਵਿਚਾਰ ਕਰ, ਪਿੱਖਿਆ ਦਾਨ ਜੋ ਲੇਤ, ਨੀਚ ਅਕਰਮੀ ਸੂਮ ਕਾ ਦਾਨ ਮਹਾ ਦੁਖ ਦੇਤ। ਭਾਵ ਅਰਥ, ਸੰਤ ਯਾਨੀ ਗੁਰੂ ਨੂੰ ਆਪਣੇ ਸ਼ਿਸ਼ ਦੇ ਇਲਾਵਾ ਦਾਨ ਭੀਖ ਨਹੀਂ ਲੈਣੀ ਚਾਹੀਦੀ ਹੈ। ਕੁਕਰਮੀ ਅਤੇ ਅਧਰਮੀ ਦਾ ਧਨ ਬਹੁਤ ਦੁਖੀ ਕਰਦਾ ਹੈ। ਪੰਨਾ ਨੰਬਰ 188 ਉੱਤੇ ਆਮ ਗਿਆਨ ਹੈ। ਧਰਮ ਬੋਧ ਪੰਨਾ ਨੰਬਰ 199 ਉੱਤੇ कबीर इंद्री तत्व प्रकृति से आत्म जान पार, जाप एक पल नहीं छूटै टूट ना पावै तार। भाव अर्थ, आत्मा नू पंजो तत्वां तो भिन्न जानो। शरीर आत्मा नहीं है। निरंतर सतनाम दा जाप करो। कबीर जब जप करके थक गए हर यश गावे संत, कह जिन धर्म पुराण पढ़े ऐसो धर्म सिद्धांत। भाव अर्थ, ਜੇਕਰ ਭਗਤ ਜਾਪ ਕਰਦੇ ਕਰਦੇ ਥੱਕ ਜਾਣ ਤਾਂ ਪਰਮਾਤਮਾ ਦੀ ਮਹਿਮਾ ਦੀ ਬਾਣੀ ਪੜਨ, ਜੇਕਰ ਯਾਦ ਹੈ ਤਾਂ ਗਾਉਣ ਜਾਂ ਆਪਣੇ ਧਰਮ ਦੀਆਂ ਪੁਸਤਕਾਂ ਨੂੰ ਪੜਨ। ਇਹ ਧਾਰਮਿਕ ਸਿਧਾਂਤ ਹੈ। ਧਰਮ ਬੋਧ ਪੰਨਾ ਨੰਬਰ 190 ਦਾ ਸਾਰੰਸ਼। ਕਬੀਰ ਗਿਆਨੀ ਰੋਗੀ ਅਰਥਾਰਥੀ ਜਿਗਿਆਸੂ ਇਹ ਚਾਰ, ਸੋ ਸਭ ਹੀ ਹਰ ਧਿਆਵ ਤੇ ਗਿਆਨੀ ਉਤਰੇ ਪਾਰ। ਭਾਵ ਅਰਥ, ਪਰਮਾਤਮਾ ਦੀ ਭਗਤੀ 4 ਪ੍ਰਕਾਰ ਦੇ ਵਿਅਕਤੀ ਕਰਦੇ ਹਨ। 1 ਗਿਆਨੀ, ਗਿਆਨੀ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਮਾਨਵ ਜੀਵਨ ਕੇਵਲ ਪਰਮਾਤਮਾ ਦੀ ਭਗਤੀ ਕਰਕੇ ਜੀਵ ਦਾ ਕਲਿਆਣ ਕਰਾਉਣ ਦੇ ਲਈ ਪ੍ਰਾਪਤ ਹੁੰਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 169। ਉਹਨਾਂ ਨੂੰ ਇਹ ਵੀ ਸਮਝ ਹੁੰਦੀ ਹੈ ਕਿ ਕੇਵਲ ਇੱਕ ਪੂਰਨ ਪਰਮਾਤਮਾ ਦੀ ਭਗਤੀ ਨਾਲ ਮੋਕਸ਼ ਹੋਏਗਾ। ਹੋਰ ਦੇਵੀ ਦੇਵਤਾਵਾਂ ਦੀ ਭਗਤੀ ਨਾਲ ਜਨਮ ਮਰਨ ਦਾ ਕਲੇਸ਼ ਨਹੀਂ ਕਟੇਗਾ। ਪੂਰਨ ਸਤਿਗੁਰੂ ਤੋਂ ਦੀਖਿਆ ਲੈ ਕੇ ਗੱਲ ਬਣੇਗੀ। ਇਸ ਲਈ ਗਿਆਨੀ ਭਗਤ ਪਾਰ ਹੁੰਦੇ ਹਨ। 2 ਅਰਥਾਰਥੀ, ਜੋ ਧਨ ਲਾਭ ਦੇ ਲਈ ਹੀ ਭਗਤੀ ਕਰਦੇ ਹਨ। 3 ਆਰਤ ਜਾਣੀ ਸੰਕਟ ਗ੍ਰਸਤ, ਕੇਵਲ ਆਪਣੇ ਸੰਕਟ ਦਾ ਨਾਸ਼ ਕਰਨ ਦੇ ਲਈ ਭਗਤੀ ਕਰਦੇ ਹਨ। 4 ਜਿਗਿਆਸੂ, ਜਗਿਆਸੂ ਪਰਮਾਤਮਾ ਦਾ ਗਿਆਨ ਅਧੂਰਾ ਸਮਝਦੇ ਹਨ ਅਤੇ ਵਕਤਾ ਬਣ ਕੇ ਮਹਿਮਾ ਦੀ ਭੁੱਖ ਵਿੱਚ ਜੀਵਨ ਨਾਸ਼ ਕਰ ਜਾਂਦੇ ਹਨ। ਇਹ ਪ੍ਰਮਾਣ ਗੀਤਾ ਅਧਿਆਇ 7 ਸ਼ਲੋਕ 16-17 ਵਿੱਚ ਵੀ ਹੈ। ਧਰਮ ਬੋਧ ਪੰਨਾ ਨੰਬਰ 191 ਦਾ ਸਾਰੰਸ਼। ਕਬੀਰ क्षमा समान ना तप, सुख नहीं संतोष समान, तृष्णा समान नहीं बियादी कोई, धर्म ना दया समान। भाव अर्थ, परमेश्वर कबीर जी ने कहा है कि क्षमा करना बहुत वड्डा तप है। इस दे समान तप नहीं है। संतोख दे तुल कोई सुख नहीं है। किसी वस्तु की प्राप्ति की इच्छा दे समान कोई विपदा नहीं है अते दया दे समान धर्म नहीं है। कबीर योग यानी भक्ति के अंग 5 हैं। संयम मनन एकांत, विषय त्याग नाम रटन, होए मोक्ष निश्चिंत। भाव अर्थ, भक्ति दे 4 जरूरी पहलू ਹਨ। ਸਮ ਜਾਣੀ ਪ੍ਰਤੇਕ ਕਾਰਜ ਵਿੱਚ ਸੰਯਮ ਵਰਤਣਾ ਚਾਹੀਦਾ ਹੈ। ਧਨ ਸੰਗ੍ਰਹਿ ਕਰਨ ਵਿੱਚ, ਬੋਲਣ ਵਿੱਚ, ਖਾਣ ਪੀਣ ਵਿੱਚ, ਵਿਸ਼ੇ ਭੋਗਾਂ ਵਿੱਚ ਸੰਯਮ ਰੱਖੋ। ਯਾਨੀ ਭਗਤ ਨੂੰ ਘੱਟ ਬੋਲਣਾ ਚਾਹੀਦਾ ਹੈ, ਵਿਸ਼ੇ ਵਿਕਾਰਾਂ ਦਾ ਤਿਆਗ ਕਰਨਾ ਚਾਹੀਦਾ ਹੈ। ਪਰਮਾਤਮਾ ਦਾ ਭਜਨ ਤੇ ਪਰਮਾਤਮਾ ਦੀ ਬਾਣੀ ਪ੍ਰਵਚਨਾਂ ਦਾ ਮਨਨ ਕਰਨਾ ਜ਼ਰੂਰੀ ਹੈ। ਐਸੇ ਸਾਧਨਾ ਤੇ ਮਰਿਆਦਾ ਪਾਲਣ ਕਰਨ ਨਾਲ ਮੋਕਸ਼ ਨਿਸ਼ਚਿਤ ਪ੍ਰਾਪਤ ਹੁੰਦਾ ਹੈ। ਪੂਰਨ ਪਰਮਾਤਮਾ ਭਗਤ ਦੀ ਉਮਰ ਵੀ ਵਧਾ ਦਿੰਦਾ ਹੈ। ਰਿਗਵੇਦ ਮੰਡਲ 10 ਸੁਕਤ 161 ਮੰਤਰ 2 ਵਿੱਚ ਕਿਹਾ ਹੈ ਕਿ ਪੂਰਨ ਪ੍ਰਭੂ ਆਪਣੇ ਭਗਤ ਦਾ ਰੋਗ ਸਮਾਪਤ ਕਰ ਦਿੰਦਾ ਹੈ। ਜੇਕਰ ਰੋਗੀ ਦੀ ਉਮਰ ਬਾਕੀ ਨਹੀਂ, ਉਹ ਮ੍ਰਿਤਯੂ ਦੇਵਤਾ ਦੇ ਕੋਲ ਜਾਣ ਵਾਲਾ ਹੋਵੇ ਤਾਂ ਵੀ ਪਰਮਾਤਮਾ ਉਸ ਨੂੰ ਸਵਸਥ ਕਰਕੇ 100 ਸਾਲ ਯਾਨੀ 100 ਸਾਲ ਤੱਕ ਜੀਵਨ ਦੇ ਦਿੰਦਾ ਹੈ। ਉਸ ਦੀ ਉਮਰ ਵਰਦੀ ਕਰ ਦਿੰਦਾ ਹੈ। ਪੜੋ ਕਬੀਰ ਸਾਗਰ ਦੇ ਅਧਿਆਇ ਗਰੁੜ ਬੋਧ ਤੋਂ ਪ੍ਰਮਾਣ। ਅਧਿਆਇ ਗਰੁੜ ਬੋਧ ਦਾ ਸਾਰੰਸ਼। ਕਬੀਰ ਸਾਗਰ ਵਿੱਚ 11ਵਾਂ ਅਧਿਆਇ ਗਰੁੜ ਬੋਧ ਪੰਨਾ ਨੰਬਰ 65/625 ਤੇ ਹੈ। ਪਰਮੇਸ਼ਵਰ ਕਬੀਰ ਜੀ ਨੇ ਧਰਮਦਾਸ ਜੀ ਨੂੰ ਬੁਲਾਇਆ ਕਿ ਮੈਂ ਵਿਸ਼ਨੂੰ ਜੀ ਦੇ ਵਾਹਣ ਪੰਛੀਰਾਜ ਗਰੁੜ ਜੀ ਨੂੰ ਉਪਦੇਸ਼ ਦਿੱਤਾ। ਉਸ ਨੂੰ ਸ੍ਰਿਸ਼ਟੀ ਰਚਨਾ ਸੁਣਾਈ। ਅਮਰਲੋਕ ਦੀ ਕਥਾ ਸਤਿਪੁਰਸ਼ ਦੀ ਮਹਿਮਾ ਸੁਣ ਕੇ ਗਰੁੜ ਦੇਵ ਅਚੰਭਿਤ ਹੋਇਆ। ਆਪਣੇ ਕੰਨਾਂ ਉੱਤੇ ਵਿਸ਼ਵਾਸ ਨਹੀਂ ਕਰ ਰਹੇ ਸਨ। ਮਨ ਵਿੱਚ ਵਿਚਾਰ ਕਰ ਰਹੇ ਸਨ ਕਿ ਮੈਂ ਅੱਜ ਇਹ ਕੀ ਸੁਣ ਰਿਹਾ ਹਾਂ। ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਿਹਾ ਹਾਂ। ਆਪ ਜੀ ਸੁਣ ਰਹੇ ਹੋ
जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 170। मैं किसे होर देश विच तां नहीं चलिया गया हा। जो देश अते परमात्मा मैं सुनिया है ਉਹ ਜਿਵੇਂ ਮੇਰੇ ਸਾਹਮਣੇ ਚੱਲ ਚਿੱਤਰ ਰੂਪ ਵਿੱਚ ਚੱਲ ਰਿਹਾ ਹੈ। ਜਦੋਂ ਗਰੁੜ ਦੇਵ ਇਹਨਾਂ ਖਿਆਲਾਂ ਵਿੱਚ ਗੁਆਚੇ ਸਨ, ਉਦੋਂ ਮੈਂ ਕਿਹਾ, ਹੇ ਪੰਛੀ ਰਾਜ, ਕੀ ਮੇਰੀਆਂ ਗੱਲਾਂ ਝੂਠੀਆਂ ਮੰਨੀਆਂ ਹਨ? ਚੁੱਪ ਹੋ ਗਏ ਹੋ, ਪ੍ਰਸ਼ਨ ਕਰੋ। ਜੇਕਰ ਕੋਈ ਸ਼ੰਕਾ ਹੈ ਤਾਂ ਸਮਾਧਾਨ ਕਰਾਓ। ਜੇਕਰ ਆਪ ਨੂੰ ਮੇਰੀ ਬਾਣੀ ਤੋਂ ਦੁੱਖ ਹੋਇਆ ਹੈ ਤਾਂ ਖਿਮਾ ਕਰੋ। ਮੇਰੇ ਇਹਨਾਂ ਬਚਨ ਨੂੰ ਸੁਣ ਕੇ ਖਾਗੇਸ਼ ਦੀਆਂ ਅੱਖਾਂ ਭਰ ਆਈਆਂ ਅਤੇ ਬੋਲੇ ਕਿ ਹੇ ਦੇਵ, ਆਪ ਕੌਣ ਹੋ? ਆਪ ਦਾ ਉਦੇਸ਼ ਕੀ ਹੈ? ਇੰਨੀ ਕੜਵੀ ਸੱਚਾਈ ਦੱਸੀ ਹੈ ਜੋ ਹਜਮ ਨਹੀਂ ਹੋ ਪਾ ਰਹੀ ਹੈ, ਜੋ ਆਪ ਜੀ ਨੇ ਅਮਰਲੋਕ ਵਿੱਚ ਅਮਰ ਪਰਮੇਸ਼ਵਰ ਦੱਸਿਆ ਹੈ। ਜੇਕਰ ਇਹ ਸੱਚ ਹੈ ਤਾਂ ਸਾਨੂੰ ਧੋਖੇ ਵਿੱਚ ਰੱਖਿਆ ਗਿਆ ਹੈ। ਜੇਕਰ ਇਹ ਗੱਲ ਝੂਠ ਹੈ ਤਾਂ ਆਪ ਨਿੰਦਾ ਦੇ ਪਾਤਰ ਹੋ, ਅਪਰਾਧੀ ਹੋ। ਜੇਕਰ ਸੱਚ ਹੈ ਤਾਂ ਗਰੁੜ ਆਪ ਦਾ ਦਾਸ ਖਾਸ ਹੈ। ਪਰਮੇਸ਼ਵਰ ਕਬੀਰ ਜੀ ਨੇ ਧਰਮਦਾਸ ਜੀ ਨੂੰ ਦੱਸਿਆ ਕਿ ਮੈਂ ਕਿਹਾ, ਹੈ ਗੁਰੂਦੇਵ, ਜੋ ਸ਼ੰਕਾ ਆਪ ਨੂੰ ਹੋਈ ਹੈ ਇਹ ਸੁਭਾਵਿਕ ਹੈ, ਪਰੰਤੂ ਆਪ ਨੇ ਸੰਯਮ ਨਾਲ ਕੰਮ ਲਿਆ ਹੈ। ਇਹ ਆਪ ਦੀ ਮਹਾਨਤਾ ਹੈ। ਪਰੰਤੂ ਮੈਂ ਜੋ ਆਪ ਨੂੰ ਅਮਰ ਪੁਰਸ਼ ਅਤੇ ਸਤਲੋਕ ਦੀ ਜਾਣਕਾਰੀ ਦੇ ਰਿਹਾ ਹਾਂ, ਉਹ ਪਰਮ ਸੱਚ ਹੈ। ਮੇਰਾ ਨਾਮ ਕਬੀਰ ਹੈ। ਮੈਂ ਉਸੀ ਅਮਰ ਲੋਕ ਦਾ ਨਿਵਾਸੀ ਹਾਂ। ਆਪ ਨੂੰ ਕਾਲ ਬ੍ਰਹਮ ਨੇ ਪਰਮਿਤ ਕਰ ਰੱਖਿਆ ਹੈ। ਇਹ ਗਿਆਨ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨੂੰ ਵੀ ਨਹੀਂ ਹੈ। ਆਪ ਵਿਚਾਰ ਕਰੋ, ਗਰੁੜ ਜੀ ਜੀਵ ਦਾ ਜਨਮ ਹੁੰਦਾ ਹੈ, ਆਨੰਦ ਨਾਲ ਰਹਿਣ ਲੱਗਦਾ ਹੈ, ਪਰਿਵਾਰ ਵਿਸਤਾਰ ਹੁੰਦਾ ਹੈ, ਉਸ ਦੇ ਪਾਲਣ ਪੋਸ਼ਣ ਵਿੱਚ ਸੰਸਾਰਿਕ ਪਰੰਪਰਾਵਾਂ ਦਾ ਨਿਰਵਾਹ ਕਰਦੇ ਕਰਦੇ ਵਿਰਧ ਹੋ ਜਾਂਦਾ ਹੈ। ਜਿਸ ਪਰਿਵਾਰ ਨੂੰ ਦੇਖ ਦੇਖ ਕੇ ਆਪਣੇ ਆਪ ਨੂੰ ਧਨ ਮੰਨਦਾ ਹੈ, ਉਸੀ ਪਰਿਵਾਰ ਨੂੰ ਤਿਆਗ ਕੇ ਸੰਸਾਰ ਛੱਡ ਕੇ ਮਜਬੂਰਨ ਜਾਣਾ ਪੈਂਦਾ ਹੈ। ਖੁਦ ਵੀ ਰੋ ਰਿਹਾ ਹੈ, ਅੰਤਿਮ ਸਵਾਂਸ਼ ਗਿਣ ਰਿਹਾ ਹੈ, ਪਰਿਵਾਰ ਵੀ ਦੁਖੀ ਹੈ। ਇਹ ਕੀ ਰੀਤੀ ਹੈ? ਕੀ ਇਹ ਉਚਿਤ ਹੈ? ਗਰੁੜ ਦੇਵ ਬੋਲੇ, ਹੇ ਕਬੀਰ ਦੇਵ, ਇਹ ਤਾਂ ਸੰਸਾਰ ਦਾ ਵਿਧਾਨ ਹੈ। ਜਨਮਿਆ ਹੈ ਤਾਂ ਮਰਨਾ ਵੀ ਹੈ। ਪਰਮੇਸ਼ਵਰ ਜੀ ਨੇ ਕਿਹਾ, ਕੀ ਕੋਈ ਮਰਨਾ ਚਾਹੁੰਦਾ ਹੈ? ਕੀ ਕੋਈ ਬਿਰਧ ਅਵਸਥਾ ਪਸੰਦ ਕਰਦਾ ਹੈ? ਗਰੁੜ ਦੇਵ ਦਾ ਉੱਤਰ, ਨਹੀਂ। ਪਰਮੇਸ਼ਵਰ ਕਬੀਰ ਜੀ ਨੇ ਕਿਹਾ ਕਿ ਜੇਕਰ ਅਜਿਹਾ ਹੋਵੇ ਕਿ ਨਾ ਵਿਰਧ ਅਵਸਥਾ ਹੋਵੇ, ਨਾ ਮ੍ਰਿਤਯੂ, ਤਾਂ ਕਿਹੋ ਜਿਹਾ ਲੱਗੇ? ਗਰੁੜ ਦੇਵ ਜੀ ਨੇ ਕਿਹਾ ਕਿ ਕਹਿਣਾ ਕੀ, ਅਜਿਹਾ ਹੋ ਜਾਏ ਤਾਂ ਆਨੰਦ ਹੋ ਜਾਏ, ਪਰੰਤੂ ਇਹ ਤਾਂ ਖੁਆਬੀ ਖਿਆਲ ਯਾਨੀ ਸੁਪਨਾ ਵਿਚਾਰ ਜਿਹਾ ਹੈ। ਹੇ ਧਰਮਦਾਸ, ਮੈਂ ਕਿਹਾ ਕਿ ਵੇਦਾਂ ਅਤੇ ਪੁਰਾਣਾਂ ਨੂੰ ਆਪ ਕੀ ਮੰਨਦੇ ਹੋ? ਸੱਚੇ ਜਾਂ ਝੂਠੇ? ਗੁਰੂਦੇਵ ਨੇ ਕਿਹਾ ਕਿ ਪਰਮ ਸੱਚ। ਦੇਵੀ ਪੁਰਾਣ ਦੇ ਤੀਸਰੇ ਸਕੰਦ ਵਿੱਚ ਖੁਦ ਵਿਸ਼ਨੂੰ ਜੀ ਨੇ ਕਿਹਾ ਕਿ ਹੇ ਮਾਤਾ, ਤੂੰ ਸ਼ੁੱਧ ਸਰੂਪਾ ਹੋ। ਇਹ ਸੰਸਾਰ ਤੇਰੇ ਤੋਂ ਹੀ ਉਦਭਾਸ਼ਿਤ ਹੋ ਰਿਹਾ ਹੈ। ਮੈਂ ਬ੍ਰਹਮਾ ਅਤੇ ਸ਼ੰਕਰ ਆਪ ਦੀ ਕਿਰਪਾ ਨਾਲ ਹੀ ਵਿਦਮਾਨ ਹਨ। ਸਾਡਾ ਆਵਿਰਭਾਵ, ਜਨਮ ਅਤੇ ਤਿਰੋਭਾਵ ਮ੍ਰਿਤਯੂ ਹੋਇਆ ਕਰਦਾ ਹੈ। ਪਰਮੇਸ਼ਵਰ ਕਬੀਰ ਜੀ ਦੇ ਮੁਖ ਕਮਲ ਤੋਂ ਅਜਿਹੇ ਪੁਖਤਾ ਪ੍ਰਮਾਣ ਯਾਨੀ ਸਟੀਕ ਪ੍ਰਮਾਣ ਸੁਣ ਕੇ ਗਰੁੜ ਚਰਨਾਂ ਵਿੱਚ ਗਿਰ ਗਈਆ। ਆਪਣੇ ਭਾਗ ਨੂੰ ਸਲਾਹਿਆ ਅਤੇ ਕਿਹਾ ਕਿ ਜੋ ਦੇਵ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ, ਵਿਸ਼ਨੂੰ, ਮਹੇਸ਼ ਅਤੇ ਦੁਰਗਾ ਅਤੇ ਨਿਰੰਜਨ ਤੱਕ ਦੀ ਉਤਪੱਤੀ ਜਾਣਦਾ ਹੈ, ਇਹ ਹੀ ਰਚਨਹਾਰ ਪਰਮੇਸ਼ਵਰ ਹੈ। ਅੱਜ ਤੱਕ ਕਿਸੇ ਨੇ ਅਜਿਹਾ ਗਿਆਨ ਨਹੀਂ ਦੱਸਿਆ। ਜੇਕਰ ਕਿਸੇ ਨੂੰ ਪਤਾ ਹੁੰਦਾ, ਚਾਹੇ ਉਹ ਰਿਸ਼ੀ ਮਹਾਰਿਸ਼ੀ ਵੀ ਹੈ, ਤਾਂ ਜ਼ਰੂਰ ਕਥਾ ਕਰਦਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 171। ਮੈਂ ਵੱਡੇ ਵੱਡੇ ਮੰਡਲੇਸ਼ਵਰਾਂ ਦੇ ਪ੍ਰਬਚਨ ਸੁਣੇ ਹਨ। ਕਿਸੇ ਦੇ ਕੋਲ ਇਹ ਗਿਆਨ ਨਹੀਂ ਹੈ। ਇਹਨਾਂ ਨੂੰ ਵੇਦਾਂ ਅਤੇ ਗੀਤਾ ਦਾ ਵੀ ਗਿਆਨ ਨਹੀਂ ਹੈ। ਆਪ ਖੁਦ ਨੂੰ ਛੁਪਾਏ ਹੋ। ਮੈਂ ਆਪ ਨੂੰ ਪਹਿਚਾਣ ਲਿਆ ਹੈ। ਕਿਰਪਾ ਕਰਕੇ ਮੈਨੂੰ ਸ਼ਰਨ ਵਿੱਚ ਲੈ ਲਓ ਪਰਮੇਸ਼ਵਰ। ਪਰਮੇਸ਼ਵਰ ਕਬੀਰ ਜੀ ਨੇ ਗਰੁੜ ਨੂੰ ਕਿਹਾ ਕਿ ਆਪ ਪਹਿਲਾਂ ਆਪਣੇ ਸਵਾਮੀ ਸ੍ਰੀ ਵਿਸ਼ਨੂੰ ਜੀ ਤੋਂ ਆਗਿਆ ਲੈ ਲਵੋ ਕਿ ਮੈਂ ਆਪਣਾ ਕਲਿਆਣ ਕਰਾਉਣਾ ਚਾਹੁੰਦਾ ਹਾਂ। ਇੱਕ ਮਹਾਨ ਸੰਤ ਮੈਨੂੰ ਮਿਲੇ ਹਨ। ਮੈਂ ਉਹਨਾਂ ਦਾ ਗਿਆਨ ਸੁਣਿਆ ਹੈ। ਜੇਕਰ ਆਗਿਆ ਹੋ ਤਾਂ ਮੈਂ ਆਪਣਾ ਕਲਿਆਣ ਕਰਾ ਲਵਾਂ। ਮੈਂ ਆਪ ਦਾ ਦਾਸ ਨੌਕਰ ਹਾਂ, ਆਪ ਮਾਲਿਕ ਹੋ। ਅਸੀਂ ਹਰ ਸਮੇਂ ਇਕੱਠਾ ਰਹਿਣਾ ਹੈ। ਜੇਕਰ ਮੈਂ ਲੁਕ ਕੇ ਦੀਖਿਆ ਲੈ ਲਊਂਗਾ ਤਾਂ ਆਪ ਨੂੰ ਦੁੱਖ ਹੋਏਗਾ। ਗਰੁੜ ਨੇ ਅਜਿਹਾ ਹੀ ਕੀਤਾ। ਵਿਸ਼ਨੂੰ ਜੀ ਤੋਂ ਸਭ ਗੱਲ ਦੱਸੀ। ਸ੍ਰੀ ਵਿਸ਼ਨੂੰ ਜੀ ਨੇ ਕਿਹਾ, ਮੈਂ ਆਪ ਨੂੰ ਮਨਾ ਨਹੀਂ ਕਰਦਾ, ਆਪ ਸੁਤੰਤਰ ਹੋ। ਤੁਸੀਂ ਚੰਗਾ ਕੀਤਾ, ਸੱਚ ਦੱਸ ਦਿੱਤਾ। ਮੈਨੂੰ ਕੋਈ ਇਤਰਾਜ਼ ਨਹੀਂ ਹੈ। ਹੇ ਧਰਮਦਾਸ, ਮੈਂ ਗਰੁੜ ਨੂੰ ਪ੍ਰਥਮ ਮੰਤਰ ਦੀਖਿਆ 5 ਨਾਮ ਯਾਨੀ ਕਮਲਾਂ ਨੂੰ ਖੋਲਣ ਵਾਲੇ ਹਰੇਕ ਦੇਵ ਦੀ ਸਾਧਨਾ ਦੇ ਨਾਮ ਦੀ ਦਿੱਤੀ। ਗਰੁੜ ਨੇ ਕਿਹਾ ਕਿ ਹੇ ਗੁਰੂਦੇਵ, ਇਹ ਮੰਤਰ ਤਾਂ ਇਹਨਾਂ ਦੇਵਤਾ ਵਾਂਦੇ ਹਨ। ਅਮਰ ਪੁਰਸ਼ ਦਾ ਮੰਤਰ ਤਾਂ ਨਹੀਂ ਹੈ।
ਪਰਮੇਸ਼ਵਰ ਕਬੀਰ ਜੀ ਨੇ ਕਿਹਾ ਕਿ ਇਹ ਇਹਨਾਂ ਦੀ ਪੂਜਾ ਦੇ ਮੰਤਰ ਨਹੀਂ ਹਨ। ਇਹ ਇਹਨਾਂ ਦੇਵਤਾਵਾਂ ਨੂੰ ਆਪਣੇ ਅਨੁਕੂਲ ਕਰਕੇ ਇਹਨਾਂ ਦੇ ਜਾਲ ਤੋਂ ਛੁੱਟਣ ਦੀ ਕੁੰਜੀ ਯਾਨੀ ਕੀ ਹੈ। ਇਹਨਾਂ ਦੇ ਵਸ਼ੀਕਰਨ ਮੰਤਰ ਹਨ। ਜਿਵੇਂ ਪੈਸੇ ਨੂੰ ਆਕਰਸ਼ਿਤ ਕਰਨ ਦੇ ਲਈ ਜੇਕਰ ਉਸ ਨੂੰ ਪੈਂਸਾ ਕਰਦੇ ਹਨ ਤਾਂ ਉਹ ਆਵਾਜ਼ ਕਰਨ ਵਾਲੇ ਦੇ ਵੱਲ ਦੇਖਦਾ ਤੱਕ ਨਹੀਂ। ਜਦ ਉਸ ਦਾ ਵਸ਼ੀਕਰਨ ਨਾਮ ਪੁਕਾਰਿਆ ਜਾਂਦਾ ਹੈ, ਹੁਰਰ ਤਾਂ ਉਹ ਤੁਰੰਤ ਪ੍ਰਭਾਵ ਨਾਲ ਸਕ੍ਰਿਆ ਹੋ ਜਾਂਦਾ ਹੈ। ਆਵਾਜ਼ ਕਰਨ ਵਾਲੇ ਦੀ ਵੱਲ ਦੌੜਿਆ ਆਉਂਦਾ ਹੈ। ਆਵਾਜ਼ ਕਰਨ ਵਾਲਾ ਵਿਅਕਤੀ ਉਸ ਤੋਂ ਆਪਣੀ ਮੱਝ ਨੂੰ ਗਰਭ ਧਾਰਨ ਕਰਵਾਉਂਦਾ ਹੈ। ਇਸੇ ਪ੍ਰਕਾਰ ਆਪ ਜੇਕਰ ਸ੍ਰੀ ਵਿਸ਼ਨੂੰ ਜੀ ਦੇ ਹੋਰ ਕਿਸੇ ਨਾਮ ਦਾ ਜਾਪ ਕਰਦੇ ਰਹੇ, ਉਹ ਧਿਆਨ ਨਹੀਂ ਦਿੰਦੇ। ਜਦ ਆਪ ਇਸ ਮੰਤਰ ਦਾ ਜਾਪ ਕਰੋਗੇ ਤਾਂ ਵਿਸ਼ਨੂੰ ਦੇਵ ਜੀ ਤੁਰੰਤ ਪ੍ਰਭਾਵਿਤ ਹੋ ਕੇ ਸਾਧਕ ਦੀ ਸਹਾਇਤਾ ਕਰਦੇ ਹਨ। ਇਹ ਦੇਵਤਾ ਤਿੰਨੋਂ ਲੋਕਾਂ ਯਾਨੀ ਪ੍ਰਿਥਵੀ, ਸਵਰਗ ਅਤੇ ਪਤਾਲ ਦੇ ਪ੍ਰਧਾਨ ਦੇਵਤਾ ਹਨ। ਇਹ ਕੇਵਲ ਸੰਸਕਾਰ ਕਰਮ ਲਿਖਿਆ ਹੀ ਦੇ ਸਕਦੇ ਹਨ। ਇਸ ਮੰਤਰ ਦੇ ਜਾਪ ਨਾਲ ਸਾਡੇ ਪੁੰਨ ਜ਼ਿਆਦਾ ਅਤੇ ਭਗਤੀ ਧਨ ਜ਼ਿਆਦਾ ਸੰਗ੍ਰਹਿਤ ਹੋ ਜਾਂਦਾ ਹੈ। ਉਸ ਦੇ ਪ੍ਰਤੀਫਲ ਵਿੱਚ ਇਹ ਦੇਵਤਾ ਸਾਧਕ ਦੀ ਸਹਾਇਤਾ ਕਰਦੇ ਹਨ। ਇਸ ਪ੍ਰਕਾਰ ਇਹਨਾਂ ਦੀ ਸਾਧਨਾ ਅਤੇ ਪੂਜਾ ਦਾ ਅੰਤਰ ਸਮਝਣਾ ਹੈ। ਜਿਵੇਂ ਤੁਸੀਂ ਅੰਬ ਖਾਣੇ ਹਨ ਤਾਂ ਪਹਿਲਾਂ ਮਿਹਨਤ ਮਜ਼ਦੂਰੀ ਨੌਕਰੀ ਕਰੋਗੇ, ਧਨ ਮਿਲੇਗਾ ਤਾਂ ਅੰਬ ਖਾਣ ਨੂੰ ਮਿਲੇਗਾ। ਨੌਕਰੀ ਪੂਜਾ ਨਹੀਂ ਹੁੰਦੀ। ਉਸ ਸਮੇਂ ਸਾਡਾ ਪੂਜਾ ਅੰਬ ਹੁੰਦਾ। ਪੂਜੇ ਦੀ ਪ੍ਰਾਪਤੀ ਦੇ ਲਈ ਕੀਤਾ ਗਿਆ ਯਤਨ ਨੌਕਰੀ ਹੈ। ਇਸ ਪ੍ਰਕਾਰ ਆਪਣੇ ਪੂਜਣੀਏ ਪਰਮੇਸ਼ਵਰ ਕਬੀਰ ਜੀ ਹਨ ਅਤੇ ਅਮਰ ਲੋਕ ਹੈ। ਉਸ ਦੇ ਲਈ ਅਸੀਂ ਸ੍ਰੀ ਬ੍ਰਹਮਾ, ਸ੍ਰੀ ਵਿਸ਼ਨੂੰ, ਸ੍ਰੀ ਸ਼ਿਵ, ਸ੍ਰੀ ਗਣੇਸ਼ ਅਤੇ ਸ੍ਰੀ ਦੁਰਗਾ ਜੀ ਦੀ ਮਜ਼ਦੂਰੀ ਕਰਦੇ ਹਨ। ਸਾਧਨਾ ਕਰਦੇ ਹਾਂ, ਪੂਜਾ ਪਰਮੇਸ਼ਵਰ ਦੀ ਕਰਦੇ ਹਾਂ। ਗਰੁੜ ਜੀ ਬਹੁਤ ਪ੍ਰਸੰਨ ਹੋਏ ਅਤੇ ਇਸ ਅੰਮ੍ਰਿਤ ਗਿਆਨ ਦੀ ਚਰਚਾ ਹੇਤੂ ਸ੍ਰੀ ਬ੍ਰਹਮਾ ਜੀ ਨੂੰ ਮਿਲੇ। ਉਹਨਾਂ ਨੂੰ ਦੱਸਿਆ ਕਿ ਮੈਂ ਇੱਕ ਮਹਾਰਿਸ਼ੀ ਤੋਂ ਅਦਭੁਤ ਗਿਆਨ ਸੁਣਿਆ ਹੈ। ਮੈਨੂੰ ਉਹਨਾਂ ਦਾ ਗਿਆਨ ਸੱਚ ਲੱਗਿਆ ਹੈ। ਉਹਨਾਂ ਨੇ ਦੱਸਿਆ ਕਿ ਆਪ ਯਾਨੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨਾਸ਼ਵਾਨ ਹੋ, ਪੂਰਨ ਕਰਤਾਰ ਨਹੀਂ ਹੋ। ਆਪ ਕੇਵਲ ਭਾਗ ਦਾ ਲਿਖਿਆ ਹੀ ਦੇ ਸਕਦੇ ਹੋ। ਆਪ ਕਿਸੇ ਦੀ ਉਮਰ ਵਰਿਧੀ ਨਹੀਂ ਕਰ ਸਕਦੇ ਹੋ। ਆਪ ਕਿਸੇ ਦੇ ਕਰਮ ਘੱਟ ਜ਼ਿਆਦਾ ਨਹੀਂ ਕਰ ਸਕਦੇ ਹੋ। ਪੂਰਨ ਪਰਮਾਤਮਾ ਹੋਰ ਹੈ, ਅਮਰ ਲੋਕ ਵਿੱਚ ਰਹਿੰਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 172। ਉਹ ਪਾਪ ਕਰਮ ਕੱਟ ਦਿੰਦਾ ਹੈ। ਉਹ ਮ੍ਰਿਤਯੂ ਨੂੰ ਟਾਲ ਦਿੰਦਾ ਹੈ। ਉਮਰ ਵਰਿਧੀ ਕਰ ਦਿੰਦਾ ਹੈ। ਪ੍ਰਮਾਣਵੀ ਵੇਦਾਂ ਵਿੱਚ ਦੱਸਿਆ ਹੈ। ਰਿਗਵੇਦ ਮੰਡਲ 10 ਸੁਕਤ 161 ਮੰਤਰ 2 ਵਿੱਚ ਕਿਹਾ ਹੈ ਕਿ ਰੋਗੀ ਦਾ ਰੋਗ ਵੱਧ ਗਿਆ ਹੈ, ਉਹ ਮ੍ਰਿਤਯੂ ਨੂੰ ਪ੍ਰਾਪਤ ਹੋ ਗਿਆ ਹੈ। ਤਾਂ ਵੀ ਮੈਂ ਉਸ ਭਗਤ ਨੂੰ ਮ੍ਰਿਤਯੂ ਦੇਵਤਾ ਤੋਂ ਛੁਟਵਾ ਲਊਂਗਾ, ਉਸ ਨੂੰ ਨਵਜੀਵਨ ਪ੍ਰਦਾਨ ਕਰ ਦਿੰਦਾ ਹਾਂ, ਉਸ ਨੂੰ ਪੂਰਨ ਉਮਰ ਜਿਉਣ ਦੇ ਲਈ ਦਿੰਦਾ ਹਾਂ। ਰਿਗਵੇਦ ਮੰਡਲ 10 ਸੁਕਤ 161 ਮੰਤਰ 5 ਵਿੱਚ ਕਿਹਾ ਹੈ ਕਿ ਹੇ ਪੁਨਰ ਜਨਮ ਪ੍ਰਾਪਤ ਪ੍ਰਾਣੀ, ਤੂੰ ਮੇਰੀ ਭਗਤੀ ਕਰਦੇ ਰਹਿਣਾ। ਜੇਕਰ ਤੇਰੀਆਂ ਅੱਖਾਂ ਵੀ ਸਮਾਪਤ ਹੋ ਜਾਣਗੀਆਂ ਤਾਂ ਤੇਰੀਆਂ ਅੱਖਾਂ ਸਵਸਥ ਕਰ ਦਊਂਗਾ, ਤੈਨੂੰ ਮਿਲੂੰਗਾ ਵੀ ਯਾਨੀ ਮੈਂ ਤੈਨੂੰ ਪ੍ਰਾਪਤ ਵੀ ਹੋਊਂਗਾ। ਬ੍ਰਹਮਾ ਜੀ ਨੂੰ ਵੇਦ ਮੰਤਰ ਕੰਠਸਥ ਹਨ, ਤੁਰੰਤ ਸਮਝ ਗਏ, ਪਰੰਤੂ ਸੰਸਾਰ ਵਿੱਚ ਲੋਕ ਵੇਦ ਦੇ ਆਧਾਰ ਨਾਲ ਬ੍ਰਹਮਾ ਜੀ ਆਪਣੇ ਆਪ ਨੂੰ ਪ੍ਰਜਾਪਤੀ ਯਾਨੀ ਸਭ ਦੀ ਉਤਪੱਤੀ ਕਰਤਾ ਮੰਨ ਰਹੇ ਸਨ। ਵੇਦਾਂ ਨੂੰ ਕੰਠਸਥ ਯਾਨੀ ਯਾਦ ਕਰ ਲੈਣਾ ਭਿੰਨ ਗੱਲ ਹੈ। ਵੇਦ ਮੰਤਰਾਂ ਨੂੰ ਸਮਝਾਉਣਾ ਵਿਸ਼ੇਸ਼ ਗਿਆਨ ਹੈ। ਮਾਣ ਵਡਿਆਈ ਵਸ਼ ਹੋ ਕੇ ਬ੍ਰਹਮਾ ਜੀ ਨੇ ਕਿਹਾ ਕਿ ਵੇਦਾਂ ਦਾ ਗਿਆਨ ਮੇਰੇ ਤੋਂ ਇਲਾਵਾ ਵਿਸ਼ਵ ਵਿੱਚ ਕਿਸੇ ਨੂੰ ਨਹੀਂ ਹੈ। ਇਹਨਾਂ ਮੰਤਰਾਂ ਦਾ ਅਰਥ ਗਲਤ ਲਗਾਇਆ ਹੈ। ਕਬੀਰ ਪਰਮੇਸ਼ਵਰ ਨੇ ਅਜਿਹੇ ਵਿਅਕਤੀਆਂ ਦੇ ਵਿਸ਼ੇ ਵਿੱਚ ਕਿਹਾ ਹੈ ਕਿ ਕਬੀਰ ਜਾਨ ਬੂਝ ਸਾਚੀ ਤਜੈ ਕਰੈ ਝੂਠ ਸੇ ਨੇ ਤਾਕੀ ਸੰਗਤ ਹੈ ਪ੍ਰਭੂ ਸਵਪਨ ਮੇ ਵੀ ਨਾ ਦੇ। ਸ਼ਬਦ ਅਰਥ ਕਬੀਰ ਪਰਮੇਸ਼ਵਰ ਜੀ ਨੇ ਕਿਹਾ ਕਿ ਜੋ ਵਿਅਕਤੀ ਪ੍ਰਮਾਣ ਅੱਖਾਂ ਦੇਖ ਕੇ ਵੀ ਝੂਠ ਨੂੰ ਹੀ ਆਧਾਰ ਮੰਨਦੇ ਹਨ, ਉਸ ਵਿਅਕਤੀ ਨੂੰ ਤਾਂ ਪਰਮਾਤਮਾ ਸੁਪਨੇ ਵਿੱਚ ਵੀ ਨਾ ਮਿਲਾਉਣਾ, ਉਹ ਦੁਸ਼ਟ ਹੈ। ਉਸ ਨਾਲ ਗਿਆਨ ਚਰਚਾ ਕਰਨਾ ਬੇਅਰਥ ਹੈ। ਬ੍ਰਹਮਾ ਜੀ ਗਰੁੜ ਦੇ ਬਚਨ ਸੁਣ ਕੇ ਅਤਿ ਕ੍ਰੋਧਿਤ ਹੋਏ ਅਤੇ ਕਿਹਾ ਕਿ ਤੇਰੀ ਪੰਛੀ ਵਾਲੀ ਬੁੱਧੀ ਹੈ, ਤੈਨੂੰ ਕੋਈ ਕੁਝ ਕਹਿ ਦੇਵੇ ਉਸ ਦੀ ਗੱਲਾਂ ਤੇ ਵਿਸ਼ਵਾਸ ਕਰ ਲੈਂਦਾ ਹੈ, ਤੇਰੇ ਕੋਲ ਅਕਲ ਨਹੀਂ ਹੈ। ਬ੍ਰਹਮਾ ਜੀ ਨੇ ਉਸੇ ਸਮੇਂ ਵਿਸ਼ਨੂੰ, ਮਹੇਸ਼, ਇੰਦਰ ਅਤੇ ਸਭ ਦੇਵਤਾਵਾਂ ਰਿਸ਼ੀਆਂ ਨੂੰ ਬੁਲਾ ਲਿਆ। ਸਭਾ ਲੱਗ ਗਈ। ਬ੍ਰਹਮਾ ਜੀ ਨੇ ਉਹਨਾਂ ਨੂੰ ਬੁਲਾਉਣ ਦਾ ਕਾਰਨ ਦੱਸਿਆ ਕਿ ਗਰੁੜ ਅੱਜ ਨਵੀਂ ਗੱਲ ਕਰ ਰਿਹਾ ਹੈ ਕਿ ਬ੍ਰਹਮਾ, ਵਿਸ਼ਨੂੰ, ਮਹੇਸ਼ ਨਾਸ਼ਵਾਨ ਹਨ, ਪੂਰਨ ਪਰਮਾਤਮਾ ਕੋਈ ਹੋਰ ਹੈ, ਉਹ ਅਮਰ ਲੋਕ ਵਿੱਚ ਰਹਿੰਦਾ ਹੈ, ਤੁਸੀਂ ਕਰਤਾ ਨਹੀਂ ਹੋ। ਇਹ ਗੱਲ ਸੁਣ ਕੇ ਸ੍ਰੀ ਵਿਸ਼ਨੂੰ ਜੀ ਅਤੇ ਸ੍ਰੀ ਸ਼ਿਵ ਜੀ ਬਹੁਤ ਕ੍ਰੋਧਿਤ ਹੋਏ ਅਤੇ ਗਰੁੜ ਨੂੰ ਬ੍ਰਹਮਾ ਵਾਲੇ ਉਲਾਹਣੇ ਦਿੱਤੇ, ਯਾਨੀ ਦੋਸ਼ ਕੱਢ ਕੇ ਬੁਰਾ ਭਲਾ ਕਹਿਣਾ। ਫਿਰ ਸਭ ਨੇ ਮਿਲ ਕੇ ਨਿਰਣੈ ਲਿਆ ਕਿ ਮਾਤਾ ਯਾਨੀ ਦੁਰਗਾ ਜੀ ਤੋਂ ਸੱਚ ਜਾਣਦੇ ਹਾਂ।
ਸਾਰੇ ਮਿਲ ਕੇ ਮਾਤਾ ਦੇ ਕੋਲ ਗਏ। ਇਹੀ ਪ੍ਰਸ਼ਨ ਪੁੱਛਿਆ ਕਿ ਸਾਡੇ ਯਾਨੀ ਬ੍ਰਹਮਾ ਵਿਸ਼ਨੂੰ ਸ਼ਿਵ ਤੋਂ ਹੋਰ ਕੋਈ ਪੂਰਨ ਪ੍ਰਭੂ ਹੈ? ਕੀ ਅਸੀਂ ਨਾਸ਼ਵਾਨ ਹਾਂ? ਮਾਤਾ ਨੇ ਦੋ ਟੁਕ ਜਵਾਬ ਦਿੱਤਾ ਕਿ ਤੁਹਾਨੂੰ ਇਹ ਗਲਤਫਹਿਮੀ ਯਾਨੀ ਭਰਨ ਕਦ ਤੋਂ ਹੋ ਗਿਆ ਕਿ ਤੁਸੀਂ ਅਵਿਨਾਸ਼ੀ ਅਤੇ ਜਗਤ ਦੇ ਕਰਤਾ ਹੋ। ਜੇਕਰ ਅਜਿਹਾ ਹੈ ਤਾਂ ਆਪ ਮੇਰੇ ਵੀ ਕਰਤਾ ਯਾਨੀ ਬਾਪ ਹੋਏ, ਜਦੋਂ ਕਿ ਆਪ ਦਾ ਜਨਮ ਮੇਰੀ ਕੋਖ ਤੋਂ ਹੋਇਆ ਹੈ। ਅਸਲ ਵਿੱਚ ਪਰਮੇਸ਼ਵਰ ਹੋਰ ਹੈ, ਉਹੀ ਅਵਿਨਾਸ਼ੀ ਹੈ, ਉਹੀ ਸਭ ਦਾ ਜਗਤ ਕਰਤਾ ਹੈ। ਇਹ ਗੱਲ ਸੁਣ ਕੇ ਸਭਾ ਭੰਗ ਹੋ ਗਈ, ਸਭ ਚਲੇ ਗਏ। ਪਰੰਤੂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਗਲੇ ਵਿੱਚ ਇਹ ਸੱਚ ਉੱਤਰ ਨਹੀਂ ਪਾ ਰਿਹਾ ਸੀ। ਉਹਨਾਂ ਨੇ ਗਰੁੜ ਨੂੰ ਬੁਲਾਇਆ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 173। ਗਰੁੜ ਨੇ ਆ ਕੇ ਪ੍ਰਣਾਮ ਕੀਤਾ, ਆਦੇਸ਼ ਪਾ ਕੇ ਬੈਠ ਗਿਆ। ਤਿੰਨੋਂ ਦੇਵਤਾਵਾਂ ਨੇ ਕਿਹਾ, ਹੇ ਪੰਛੀ ਰਾਜ, ਆਪ ਨੂੰ ਕਿਵੇਂ ਵਿਸ਼ਵਾਸ ਹੋਵੇ ਕਿ ਅਸੀਂ ਜਗਤ ਦੇ ਕਰਤਾ ਹਾਂ? ਆਪ ਜੋ ਚਾਹੋ ਪਰੀਖਿਆ ਕਰੋ। ਗਰੁੜ ਜੀ ਉੱਠ ਕੇ ਉੱਡ ਕੇ ਮੇਰੇ ਕੋਲ ਯਾਨੀ ਕਬੀਰ ਜੀ ਕੋਲ ਆਏ ਅਤੇ ਸਾਰਾ ਬਿਰਤਾਂਤ ਦੱਸਿਆ। ਉਦੋਂ ਮੈਂ ਕਿਹਾ ਕਿ ਬੰਗ ਦੇਸ਼ ਯਾਨੀ ਵਰਤਮਾਨ ਵਿੱਚ ਬੰਗਲਾਦੇਸ਼ ਵਿੱਚ ਇੱਕ ਬ੍ਰਾਹਮਣ ਦਾ 12 ਸਾਲ ਦਾ ਬਾਲਕ ਹੈ। ਉਸ ਦੀ ਉਮਰ ਸਮਾਪਤ ਹੋਣ ਵਾਲੀ ਹੈ। ਉਹ ਕੁਝ ਦਿਨ ਦਾ ਮਹਿਮਾਨ ਹੈ। ਮੈਂ ਉਸ ਬਾਲਕ ਨੂੰ ਸ਼ਰਨ ਵਿੱਚ ਲੈਣ ਲਈ ਬ੍ਰਹਮਾ ਵਿਸ਼ਨੂੰ ਸ਼ਿਵ ਦੀ ਸਥਿਤੀ ਦੱਸੀ ਜੋ ਗਰੁੜ ਤੈਨੂੰ ਦੱਸੀ ਹੈ। ਉਸ ਬਾਲਕ ਨੇ ਬਹੁਤ ਵਾਦ ਵਿਵਾਦ ਕੀਤਾ ਅਤੇ ਮੇਰੇ ਗਿਆਨ ਨੂੰ ਨਹੀਂ ਮੰਨਿਆ। ਉਦੋਂ ਮੈਂ ਉਸ ਬਾਲਕ ਨੂੰ ਕਿਹਾ ਕਿ ਤੇਰੀ ਉਮਰ 3 ਦਿਨ ਬਾਕੀ ਹੈ। ਜੇਕਰ ਤੇਰੇ ਬ੍ਰਹਮਾ ਵਿਸ਼ਨੂੰ ਸ਼ਿਵ ਸਮਰੱਥ ਹਨ ਤਾਂ ਆਪਣੀ ਰੱਖਿਆ ਕਰਾਓ। ਮੈਂ ਇੰਨਾ ਕਹਿ ਕੇ ਅੰਤਰਧਿਆਨ ਹੋ ਗਿਆ। ਬਾਲਕ ਬੇਚੈਨ ਹੈ। ਉਸ ਬਾਲਕ ਨੂੰ ਲੈ ਕੇ ਬ੍ਰਹਮਾ ਵਿਸ਼ਨੂੰ ਸ਼ਿਵ ਦੇ ਕੋਲ ਗਏ। ਗਰੁੜ ਨੇ ਬਾਲਕ ਨੂੰ ਸਮਝਾਇਆ ਕਿ ਆਪ ਉਹਨਾਂ ਦੇਵਤਾਵਾਂ ਨੂੰ ਕਹਿਣਾ ਕਿ ਅਸੀਂ ਆਪ ਦੇ ਭਗਤ ਹਾਂ। ਮੇਰੇ ਦਾਦਾ ਪੜਦਾਦਾ ਪਿਤਾ ਅਤੇ ਮੈਂ ਸਦਾ ਆਪ ਦੀ ਪੂਜਾ ਕੀਤੀ ਹੈ। ਮੇਰੇ ਜੀਵਨ ਦੇ 2 ਦਿਨ ਬਾਕੀ ਹਨ। ਮੇਰੀ ਉਮਰ ਵੀ ਕੀ ਹੈ, ਕਿਰਪਾ ਮੇਰੀ ਉਮਰ ਵਰਦੀ ਕਰ ਦੇਵੋ। ਬੱਚੇ ਨੇ ਉਹੀ ਬਿਨੈ ਕੀਤੀ ਤਾਂ ਤਿੰਨੋਂ ਨੇ ਕੋਸ਼ਿਸ਼ ਕੀਤੀ ਪਰੰਤੂ ਬੇਅਰਥ। ਫਿਰ ਵਿਚਾਰ ਕੀਤਾ ਕਿ ਧਰਮਰਾਜ ਨਿਆਂਧੀਸ਼ ਦੇ ਕੋਲ ਚੱਲਦੇ ਹਾਂ। ਸਭ ਦਾ ਹਿਸਾਬ ਯਾਨੀ ਅਕਾਊਂਟ ਉਸ ਹੀ ਦੇ ਕੋਲ ਹੈ, ਉਸ ਤੋਂ ਵਰਦੀ ਕਰਵਾ ਦਿੰਦੇ ਹਾਂ। ਇਹ ਵਿਚਾਰ ਕਰਕੇ ਸਭ ਧਰਮਰਾਜ ਦੇ ਕੋਲ ਗਏ। ਉਹਨਾਂ ਨੂੰ ਤਿੰਨੋਂ ਦੇਵਤਾਵਾਂ ਨੇ ਕਿਹਾ ਕਿ ਪਹਿਲਾਂ ਤਾਂ ਇਹ ਦੱਸੋ ਕਿ ਇਸ ਬ੍ਰਾਹਮਣ ਬੱਚੇ ਦੀ ਕਿੰਨੀ ਉਮਰ ਹੈ। ਧਰਮਰਾਜ ਨੇ ਡਾਇਰੀ ਰਜਿਸਟਰ ਦੇਖ ਕੇ ਦੱਸਿਆ ਕਿ ਕੱਲ ਇਸ ਦੀ ਮ੍ਰਿਤਯੂ ਹੋ ਜਾਏਗੀ। ਤਿੰਨੋਂ ਦੇਵਤਾਵਾਂ ਨੇ ਕਿਹਾ ਕਿ ਆਪ ਇਸ ਬੱਚੇ ਦੀ ਉਮਰ ਵਰਦੀ ਕਰ ਦਿਓ। ਧਰਮਰਾਜ ਨੇ ਕਿਹਾ ਇਹ ਅਸੰਭਵ ਹੈ। ਤਿੰਨੋਂ ਨੇ ਕਿਹਾ ਕਿ ਅਸੀਂ ਆਪ ਦੇ ਕੋਲ ਵਾਰ-ਵਾਰ ਨਹੀਂ ਆਉਂਦੇ। ਅੱਜ ਇੱਜ਼ਤ ਬੇਇੱਜ਼ਤੀ ਦਾ ਪ੍ਰਸ਼ਨ ਹੈ। ਸਾਡੇ ਆਏ ਹੋਇਆ ਦੀ ਇੱਜ਼ਤ ਤਾਂ ਰੱਖ ਲਓ। ਧਰਮਰਾਜ ਨੇ ਕਿਹਾ ਕਿ ਇੱਕ ਪਲ ਨਾ ਵਧਾਈ ਜਾ ਸਕਦੀ ਹੈ, ਨਾ ਘਟਾਈ ਜਾ ਸਕਦੀ ਹੈ। ਜੇਕਰ ਆਪ ਆਪਣੀ ਉਮਰ ਇਸ ਨੂੰ ਦੇ ਦੇਵੋ ਤਾਂ ਇਸ ਦੀ ਵਰਦੀ ਕਰ ਸਕਦਾ ਹਾਂ। ਇਹ ਸੁਣਦੇ ਹੀ ਸਭ ਦੀ ਹਵਾ ਨਿਕਲ ਗਈ। ਉਸ ਸਮੇਂ ਕਹਿਣ ਲੱਗੇ ਕਿ ਇਹ ਤਾਂ ਪਰਮੇਸ਼ਵਰ ਹੀ ਕਰ ਸਕਦਾ ਹੈ। ਉੱਥੋਂ ਚੱਲ ਪਏ ਅਤੇ ਗਰੁੜ ਨੂੰ ਕਿਹਾ ਕਿ ਕੋਈ ਹੋਰ ਸਮਰੱਥ ਸ਼ਕਤੀ ਹੈ ਤਾਂ ਤੂੰ ਇਸ ਦੀ ਉਮਰ ਵਧਾ ਕੇ ਦਿਖਾ ਦੇ। ਗਰੁੜ ਨੇ ਕਬੀਰ ਜੀ ਨੂੰ ਧਿਆਨ ਦੁਆਰਾ ਟੈਲੀਫੋਨ ਤੋਂ ਸੰਪਰਕ ਕੀਤਾ। ਪਰਮੇਸ਼ਵਰ ਕਬੀਰ ਜੀ ਨੇ ਧਿਆਨ ਦੁਆਰਾ ਦੱਸਿਆ ਕਿ ਆਪ ਇਸ ਦੇ ਲਈ ਮਾਨਸਰੋਵਰ ਤੋਂ ਜਲ ਲੈ ਆਓ। ਉੱਥੇ ਇੱਕ ਸ਼ਰਵਣ ਨਾਮ ਦਾ ਭਗਤ ਮਿਲੇਗਾ, ਉਸ ਨੂੰ ਮੈਂ ਸਭ ਸਮਝਾ ਦਿੱਤਾ ਹੈ। ਆਪ ਅੰਮ੍ਰਿਤ ਲੈ ਆਓ। ਗਰੁੜ ਜੀ ਨੇ ਜੈਸੀ ਆਗਿਆ ਹੋਈ ਵੈਸਾ ਹੀ ਕੀਤਾ। ਅੰਮ੍ਰਿਤ ਲਿਆ ਕੇ ਉਸ ਬੱਚੇ ਨੂੰ ਪਿਲਾ ਦਿੱਤਾ। ਉਸ ਬਾਲਕ ਦੇ ਕੋਲ ਮੈਂ ਗਿਆ। ਗਰੁੜ ਨੇ ਉਸ ਨੂੰ ਸਭ ਸਮਝਾ ਦਿੱਤਾ ਸੀ ਕਿ ਅੰਮ੍ਰਿਤ ਦਾ ਬਹਾਨਾ ਹੈ, ਇਹ ਖੁਦ ਪਰਮੇਸ਼ਵਰ ਹਨ। ਇਹਨਾਂ ਨੇ ਜਲ ਮੰਤਰਿਤ ਕਰ ਦਿੱਤਾ ਸੀ। ਬਾਲਕ ਤੁਸੀਂ ਦੀਖਿਆ ਲੈ ਲਵੋ, ਇਸ ਅੰਮ੍ਰਿਤ ਨਾਲ ਤਾਂ 10 ਦਿਨ ਜੀਵਤ ਰਹੋਗੇ। ਬਾਲਕ ਨੇ ਮੇਰੇ ਤੋਂ ਦੀਖਿਆ ਲਈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 174। ਜਦ ਬਾਲਕ 15 ਦਿਨ ਤੱਕ ਨਹੀਂ ਮਰਿਆ ਤਾਂ ਗਰੁੜ ਨੇ ਤਿੰਨੋਂ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ ਨੂੰ ਦੱਸਿਆ ਕਿ ਉਹ ਬਾਲਕ ਜੀਵਤ ਹੈ। ਮੇਰੇ ਗੁਰੂ ਜੀ ਤੋਂ ਦੀਖਿਆ ਲੈ ਲਈ ਹੈ। ਉਹਨਾਂ ਨੇ ਉਸ ਬੱਚੇ ਨੂੰ ਪੂਰਨ ਉਮਰ ਜਿਉਣ ਦਾ ਆਸ਼ੀਰਵਾਦ ਦੇ ਦਿੱਤਾ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨੋਂ ਫਿਰ ਧਰਮਰਾਜ ਦੇ ਕੋਲ ਗਏ, ਨਾਲ ਗਰੁੜ ਵੀ ਗਿਆ। ਤਿੰਨੋਂ ਦੇਵਤਾਵਾਂ ਨੇ ਧਰਮਰਾਜ ਤੋਂ ਪੁੱਛਿਆ ਕਿ ਉਹ ਬਾਲਕ ਕਿਵੇਂ ਜੀਵਤ ਹੈ, ਉਸ ਨੂੰ ਮਰ ਜਾਣਾ ਚਾਹੀਦਾ ਸੀ। ਧਰਮਰਾਜ ਨੇ ਉਸ ਦਾ ਖਾਤਾ ਦੇਖਿਆ ਤਾਂ ਉਸ ਦੀ ਉਮਰ ਲੰਬੀ ਲਿਖੀ ਸੀ। ਧਰਮਰਾਜ ਨੇ ਕਿਹਾ ਕਿ ਇਹ ਉੱਪਰ ਤੋਂ ਹੀ ਹੁੰਦਾ ਹੈ, ਉਸ ਪਰਮੇਸ਼ਵਰ ਦੀ ਲੀਲਾ ਨੂੰ ਕੌਣ ਜਾਣ ਸਕਦਾ ਹੈ। ਤਿੰਨੋਂ ਦੇਵਤਾਵਾਂ ਨੂੰ ਹੈਰਾਨੀ ਹੋਈ ਪਰੰਤੂ ਮਾਣ ਵਡਿਆਈ ਦੇ ਕਾਰਨ ਪ੍ਰਤੱਖ ਦੇਖ ਕੇ ਵੀ ਸੱਚ ਨੂੰ ਨਹੀਂ ਮੰਨਿਆ, ਆਪਣਾ ਅਹੰਭਾਵ ਨਹੀਂ ਤਿਆਗਿਆ।
ਗਰੁੜ ਨੂੰ ਵਿਸ਼ਵਾਸ ਅਟਲ ਹੋ ਗਿਆ। ਕਬੀਰ ਰਾਜ ਤਜਨਾ ਸਹਜ ਹੈ, ਸਹਜ ਤ੍ਰਿਆ ਕਾਨੇ ਮਾਨ ਵਿੜਾਈ ਈਰਸ਼ਾ ਦੁਰਲਭ ਤਜਨਾ ਇਹ ਸ਼ਬਦ ਅਰਥ। ਅਧਿਆਤਮ ਗਿਆਨ ਦੇ ਅਭਾਵ ਦੇ ਕਾਰਨ ਮਾਨਵ ਨੂੰ ਕੁਝ ਅਸਾਧ ਬੁਰਾਈਆਂ ਘੇਰ ਲੈਂਦੀਆਂ ਹਨ। ਜਿਵੇਂ ਮਾਨ ਵਡਿਆਈ, ਈਰਖਾ। ਮਾਨ ਵਡਿਆਈ ਦਾ ਅਰਥ ਹੈ ਪਦ ਜਾਂ ਧਨ ਦੇ ਹੰਕਾਰ ਦੇ ਕਾਰਨ ਸਨਮਾਨਿਤ ਵਿਅਕਤੀ। ਇਹ ਦੋਵੇਂ ਸਨਮਾਨ ਦੇ ਕਾਰਨ ਵਡੱਪਨ ਯਾਨੀ ਮਾਨ ਵਡਿਆਈ ਅਤੇ ਈਰਖਾ ਅਜਿਹੀ ਬੁਰਾਈ ਹੈ, ਇਹਨਾਂ ਦੇ ਹੰਕਾਰ ਵਿੱਚ ਅੰਨਾ ਹੋ ਕੇ ਇਹਨਾਂ ਨੂੰ ਨਹੀਂ ਛੱਡਦਾ। ਰਾਜ ਤਿਆਗ ਸਕਦਾ ਹੈ, ਇਸਤਰੀ ਨੂੰ ਤਿਆਗ ਸਕਦਾ ਹੈ, ਪਰੰਤੂ ਇਹਨਾਂ ਦੋਵਾਂ ਨੂੰ ਤਿਆਗਣਾ ਮੁਸ਼ਕਿਲ ਹੈ। ਇਸ ਗਰੁੜ ਬੋਧ ਦੇ ਅੰਤ ਵਿੱਚ ਵਾਸੂਕੀ ਨਾਗ ਕੰਨਿਆ ਵਾਲਾ ਪ੍ਰਕਰਨ ਗਲਤ ਤਰੀਕੇ ਨਾਲ ਲਿਖਿਆ ਹੈ। ਇਸ ਵਿੱਚ ਗਰੁੜ ਨੂੰ ਗੁਰੂ ਪਦ ਉੱਤੇ ਚਿਰਤਰਾਰਥ ਕਰ ਰੱਖਿਆ ਹੈ। ਉਹ ਅਜਿਹਾ ਨਹੀਂ ਹੈ ਜੋ ਵੀ ਕੀਤਾ ਪਰਮੇਸ਼ਵਰ ਕਬੀਰ ਜੀ ਨੇ ਕੀਤਾ ਹੈ। ਹੁਣ ਪੜੋ ਕੁਝ ਅੰਮ੍ਰਿਤ ਬਾਣੀ ਗਰੁੜ ਬੋਧ ਤੋਂ ਧਰਮਦਾਸ ਬਚਨ। ਧਰਮਦਾਸ ਬੇਨਤੀ ਕਰੈ ਸੁਨਹੁ ਜਗਤ ਆਧਾਰ, ਗਰੂੜ ਬੋਧ ਭੇਦ ਸਭ ਅਬ ਕਹੋ ਤਤਵ ਵਿਚਾਰ। ਸ਼ਬਦ ਅਰਥ। ਧਰਮਦਾਸ ਜੀ ਨੇ ਪਰਮੇਸ਼ਵਰ ਕਬੀਰ ਜੀ ਤੋਂ ਗਰੁੜਦੇਵ ਜੀ ਦੇ ਬਾਰੇ ਵਿੱਚ ਗਿਆਨ ਜਾਣਨ ਦੀ ਇੱਛਾ ਨਾਲ ਨਿਵੇਦਨ ਕੀਤਾ ਕਿ ਇਹ ਸੰਸਾਰ ਦੇ ਧਾਰਨ ਕਰਨ ਵਾਲੇ ਪਰਮਾਤਮਾ ਮੈਨੂੰ ਗਰੁੜਦੇਵ ਪੰਛੀ ਦੇ ਵਿਸ਼ੇ ਵਿੱਚ ਯਥਾਰਥ ਗਿਆਨ ਦੱਸਣ ਦੀ ਕਿਰਪਾ ਕਰੋ। ਸਤਿਗੁਰੂ ਬਚਨ ਯਾਨੀ ਕਬੀਰ ਬਚਨ ਪ੍ਰਥਮ ਗਰੁੜ 165 ਜਪ ਪਇਓ। ਸਤ ਸਾਹਿਬ ਮੈਂ ਬੋਲ ਸੁਨਾਉ, ਧਰਮਦਾਸ ਸੁਨੋ ਕਹੂ ਬੁਝਾਈ, ਜਿਹੀ ਵਿਧੀ ਗਰੁੜ ਕੋ ਸਮਝਾਈ। ਸ਼ਬਦ ਅਰਥ। ਕਬੀਰ ਪਰਮੇਸ਼ਵਰ ਜੀ ਨੇ ਧਰਮਦਾਸ ਜੀ ਨੂੰ ਦੱਸਿਆ ਕਿ ਜਦੋਂ ਮੈਂ ਪਹਿਲੀ ਵਾਰ ਗਰੁੜ ਨੂੰ ਮਿਲਿਆ ਤਾਂ ਮੈਂ ਸਤ ਸਾਹਿਬ ਬੋਲਿਆ, ਹੇ ਧਰਮਦਾਸ ਸੁਣੋ, ਜਿਸ ਤਰ੍ਹਾਂ ਗਰੁੜ ਨੂੰ ਸਮਝਾਇਆ ਉਹੀ ਵਿਧੀ ਦੱਸਦਾ ਹਾਂ। ਗਰੁੜ ਬਚਨ ਸੁਨਾ ਬਚਨ ਸਤ ਸਾਹਿਬ ਜਬਹੀ, ਗਰੁੜ ਪ੍ਰਣਾਮ ਕੀਆ ਤਬਹੀ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 175। शीश निवाए तिन पूछा चाहिए हो तुम कौन कहां से आए। शब्द अर्थ। जदों गरुड़ पंछी ने सत साहिब बचन सुनिया उसे समय प्रणाम कीता, सिर चुका के मेरे तो पुछया कि आप कौन हो, कित्थों आए हो। ज्ञानी यानी कबीर बचन कहा कबीर है नाम हमारा, तत्व ज्ञान देने आए संसारा, सतलोक से हम चली आए, जीव छुड़ावन जग में प्रगटाए। शब्द अर्थ। कबीर जी ने कहा कि मैं गरुड़ नूं दस्या कि मेरा नाम कबीर है, संपूर्ण विश्व नूं तत्व ज्ञान यानी यथार्थ अध्यात्म ज्ञान प्रदान करन आया हा। मैं सतलोक यानी सनातन परमधाम तो चल के आया हा, काल जाल तो जीवां नूं छुड़वाउण दे लई यग विच प्रगट होया हा। सतपुरुष कुल दा मालिक है, सब दा पोषण करन वाला है, सब दा दाता है, मैं उस दा संपूर्ण भेद दसदा हा। गरुड़ बचन सुनत बचन अचंभो माना, सतपुरुष है कौन भगवाना। प्रतख देव श्री विष्णु कहावै, दश अवतार धरी धरी जावै। शब्द अर्थ। कबीर जी ने दस्या कि गरुड़ ने सत साहिब सुनिया तां हैरानी होई अते पुछया कि ये कौन परमात्मा है। आध्यात्म ज्ञान तो स्पष्ट है कि विष्णु परमात्मा है, ਉਹੀ 10 अवतार धार के पृथ्वी ते आउंदा है। ज्ञानी यानी कबीर बचन तब हम कहिया सुनो सुजाना, परम पुरुष है पुरुष पुराना, यानी आदि का वह कभू ना मरता पाई, बह गर्भ से देह धरता नाही। कोटि मरे विष्णु भगवाना, कया गरुड़ तुम नहीं जाना, जाका ज्ञान वेद बतलावैन, वेद ज्ञान कोई समझ ना पावे। जिसने कीना सकल बिस्तारा, ब्रह्मा विष्णु महादेव का सिरजनहारा, जूनी संकट व नहीं आए, वह तो साहेब अक्सय कहावै। शब्द अर्थ। कबीर जी ने कहा कि हे सज्जन गरुड़ सुनो, ਇਹ ਸਤਪੁरुष यानी परम पुरुष आदि परमात्मा है, यानी सदा दा भगवान है। ਉਹ ਕਦੇ नहीं मरदा ਅਤੇ ना गर्भ तो जन्म ਲੈਂਦਾ है। हे गरुड़, कि आप ਨੂੰ ਪਤਾ नहीं कि ਕਰੋੜਾ ਵਿਸ਼ਨੂੰ ਮਰ ਚੁੱਕੇ ਹਨ। ਜਿਸ ਪਰਮ ਅਕਸ਼ਰ ਪੁरुष ਦਾ ਗਿਆਨ ਵੇਦਾਂ ਵਿੱਚ ਦੱਸਿਆ ਹੈ, ਉਸ ਵੇਦ ਦੇ ਗਿਆਨ ਨੂੰ ਠੀਕ ਨਾਲ ਕੋਈ ਸਮਝ ਨਹੀਂ ਸਕਿਆ। ਜਿਸ ਨੇ ਸਾਰੇ ਬ੍ਰਹਿਮੰਡਾਂ ਦਾ ਵਿਸਥਾਰ ਕੀਤਾ ਹੈ, ਜਿਸ ਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਦੀ ਉਤਪੱਤੀ ਕੀਤੀ ਹੈ, ਉਹ ਪਰਮਾਤਮਾ 84 ਲੱਖ ਜੂਨੀਆਂ ਦੇ ਸੰਕਟ ਵਿੱਚ ਨਹੀਂ ਆਉਂਦਾ। ਉਹ ਤਾਂ ਅਵਿਨਾਸ਼ੀ ਕਿਹਾ ਜਾਂਦਾ ਹੈ। ਗਰੁੜ ਬਚਨ ਰਾਮ ਰੂਪ ਧਰੀ ਵਿਸ਼ਨੂੰ ਆਇਆ, ਜਿਨ ਲੰਕਾ ਕਾ ਮਾਰਾ ਰਾਇਆ। पूर्ण ब्रह्म है विष्णु अविनाशी, है बंदी छोट सब सुख राशि। 33 कोटि देवतन की बंद छुड़ाई, पूर्ण प्रभु है राम राई। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 176। शब्द अर्थ। गरुड़ ने कहा कि विष्णु जी ने राम दा अवतार धारण करके
ਸ਼੍ਰੀ ਲੰਕਾ ਦੇ ਰਾਜਾ ਰਾਵਣ ਨੂੰ ਮਾਰਿਆ ਸੀ। ਸ਼੍ਰੀ ਵਿਸ਼ਨੂੰ ਜੀ ਅਵਿਨਾਸੀ ਪੂਰਨ ਬ੍ਰਹਮ ਹੈ। 33 ਕਰੋੜ ਦੇਵਤਿਆਂ ਨੂੰ ਰਾਜਾ ਰਾਵਣ ਦੀ ਕੈਦ ਤੋਂ ਛਡਵਾਇਆ। ਉਹ ਸਭ ਸੁੱਖਾਂ ਦੀ ਖਾਨ ਬੰਦੀ ਛੋੜ ਹਨ। ਸ਼੍ਰੀ ਰਾਮ ਰਾਜਾ ਪੂਰਨ ਪਰਮਾਤਮਾ ਹਨ। ਗਿਆਨੀ ਯਾਨੀ ਕਬੀਰ ਬਚਨ ਤੁਮ ਗरुड़ कैसे कहो अविनाशी, सतपुरुष बिन कटे ना काल की फांसी। जा दिन लंक में करी चढ़ाई, नाग फांस में बंदे रघुराई। सेना सहित राम बंदाई, तब तुम नाग जा मारे पाई। तब तेरे विष्णु बंधन से छूटे, याकू पूजै भाग जाके फूटे। कबीर ऐसी माया अटपटी, सब घाट आन अड़ी। किस किस को समझाऊ कुए पांग पड़ी। शब्द अर्थ कबीर जी ने कहा कि हे गुरुदेव, आप विष्णु जी नूं किवें अविनाशी कहंदे हो। सत्यपुरुष दे बिना काल दी फांसी यानी करम बंधन समाप्त नहीं हो सकता। हे गरुड़, याद कर जिस वेले श्री रामचंद्र जी ने श्री लंका ते हमला कीता सी। युद्ध दे दौरान श्री राम अते उस दी सब सेना नागफांस विच बन्नी सी। तू श्री राम अते सारी सेना नूं नागफांस कट के मुक्त करवाया सी। उदों तेरे विष्णु बंधन तो छतुटे सन। श्री राम अते सेना दे लई तां आप बंदी छोड़ होए। जो श्री विष्णु ਨੂੰ ਇਸ਼ਟ ਰੂਪ ਵਿੱਚ ਪੂਜਦਾ ਹੋ, ਉਸ ਦਾ ਭਾਗ ਫੁੱਟਿਆ ਹੈ, ਯਾਨੀ ਖਰਾਬ ਕਿਸਮਤ ਵਾਲਾ ਹੈ। ਕਬੀਰ ਜੀ ਨੇ ਦੁਖੀ ਮਨ ਨਾਲ ਕਿਹਾ ਕਿ ਕਾਲ ਬ੍ਰਹਮ ਨੇ ਆਪਣੇ ਮਾਇਆ ਜਾਲ ਨਾਲ ਸਾਰੇ ਪ੍ਰਾਣੀਆਂ ਦਾ ਘਟ ਯਾਨੀ ਹਿਰਦੈ ਗਿਆਨ ਨਾਲ ਭਰਿਆ ਹੈ। ਕਿਸ ਕਿਸ ਨੂੰ ਸਮਝਾਵਾਂ, ਇਹ ਤਾਂ ਅਜਿਹੀ ਸਮੱਸਿਆ ਹੈ ਜਿਵੇਂ ਕਿਸੇ ਨੇ ਕੂਏ ਦੇ ਜਲ ਵਿੱਚ 1 ਕੁਇੰਟਲ ਭੰਗ ਮਿਲਾਈ ਹੋਵੇ। ਜਿਹੜਾ ਵੀ ਵਿਅਕਤੀ ਉਸ ਕੂਏ ਦੇ ਜਲ ਨੂੰ ਪੀਏਗਾ, ਉਸ ਨੂੰ ਵੀ ਨਸ਼ਾ ਹੋ ਜਾਵੇਗਾ। ਜਿੰਨੇ ਵੀ ਵਿਅਕਤੀ ਉਸ ਭੰਗ ਨੂੰ ਪੀ ਕੇ ਨਸ਼ੇ ਵਿੱਚ ਹਮੁਦੇ ਹਨ, ਉਹਨਾਂ ਸਭ ਦੀ ਇੱਕੋ ਜਿਹੀ ਲੜਖੜਾਉਂਦੀ ਚਾਲ, ਤੋਤਲਾਈ ਬੋਲੀ ਹਮੁਦੀ ਹੈ। ਇਹੀ ਦਸ਼ਾ ਕਾਲ ਬ੍ਰਹਮ ਦੇ ਦੁਆਰਾ ਪਰਮਿਤ ਪ੍ਰਾਣੀਆਂ ਦੀ ਹੈ। ਉਹ ਸਭ ਇਹੀ ਕਹਿੰਦੇ ਹਨ ਕਿ ਸ਼੍ਰੀ ਵਿਸ਼ਨੂੰ ਅਤੇ ਸ਼ਿਵ ਜੀ ਸ਼੍ਰੀ ਬ੍ਰਹਮਾ ਅਵਿਨਾਸ਼ੀ ਪ੍ਰਭੂ ਹੈ, ਸਭ ਦੇ ਉਤਪਤੀ, ਸਥਿਤੀ ਅਤੇ ਸੰਹਾਰ ਕਰਤਾ ਹੈ। ਇਹਨਾਂ ਤਿੰਨਾਂ ਤੋਂ ਹੋਰ ਕੋਈ ਪਰਮਾਤਮਾ ਹੀ ਨਹੀਂ ਹੈ। ਗरुड़ ਬਚਨ ज्ञानी गरुड़ है दास तुम्हारा, तुम बिन नहीं जीव निस्तारा। इतना किह गरुड़ चरण लिपटाया, शरण लेवो न विगत राया। कभू ना छोड़ू तुम्हारा शरणा, तुम साहेब हो तारण तरना। पत्थर बुद्धि पर पड़े है ज्ञानी, हो तुम पूर्ण ब्रह्म लिया हम जानी। शब्द अर्थ गरुड़ ने कबीर जी नूं कहा है कि हे विद्वान कबीर जी, मैं गरुड़ आप दा गुलाम हा। आप दे बिना जीव दा कल्याण संभव नहीं है। ਕਬੀਰ ਜੀ ਨੇ ਧਰਮਦਾਸ ਜੀ ਨੂੰ ਦੱਸਿਆ ਕਿ ਇੰਨੀ ਗੱਲ ਕਹਿ ਕੇ ਗरुड़ ਮੇਰੇ ਚਰਨਾਂ ਨਾਲ ਲਿਪਟ ਗਿਆ ਅਤੇ ਬੋਲਿਆ, ਹੇ ਪਰਮੇਸ਼ਵਰ, ਮੈਨੂੰ ਸ਼ਰਨ ਵਿੱਚ ਲੈ ਲਵੋ। ਮੈਂ ਕਦੇ ਆਪ ਜੀ ਦੀ ਸ਼ਰਨ ਨਹੀਂ ਛੱਡਾਂਗਾ। ਆਪ ਵਾਸਤਵ ਵਿੱਚ ਤਰਨਤਾਰਨ ਯਾਨੀ ਪੂਰਨ ਮੋਕਸ਼ ਕਰਨ ਵਾਲੇ ਹੋ। ਹੇ ਗਿਆਨੀ ਕਬੀਰ ਜੀ, ਸਾਡੀ ਜੀਵਾ ਦੀ ਬੁੱਧੀ ਅਤੇ ਅਗਿਆਨ ਦੇ ਪੱਥਰ ਪਏ ਹਨ। ਹੁਣ ਮੈਨੂੰ ਗਿਆਨ ਹੋ ਗਿਆ ਕਿ ਆਪ ਹੀ ਪੂਰਨ ਬ੍ਰਹਮ ਹੋ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 177। ज्ञानी कबीर बचन तब हम गरुड़ को 5 नाम सुनाया, तब वाकून संशय आया। यह तो पूजा देवतन की दाता, या से कैसे मोक्ष विदाता। तुम तो कहो दूसरा अविनाशी, वासे कटे काल की फांसी। नायब से कैसे साहेब डरही, कैसे मैं पवसागर तिरही। शब्द अर्थ कबीर परमेश्वर जी ने ਧਰਮਦਾਸ ਜੀ ਨੂੰ ਦੱਸਿਆ ਕਿ ਗरुड़ ਦੀ ਪ੍ਰਾਰਥਨਾ ਤੇ ਮੈਨੂੰ ਉਸ ਨੂੰ 5 ਨਾਮ ਦਾ ਦਿਖਿਆ ਮੰਤਰ ਦਿੱਤਾ, ਜੋ ਸਰੀਰ ਵਿੱਚ ਬਣੇ ਕਮਲਾਂ ਵਿੱਚ ਪ੍ਰਗਟ ਦੇਵਤਾ ਅਤੇ ਦੇਵੀ ਦੁਰਗਾ ਦੀ ਸਾਧਨਾ ਦੇ ਹਨ। ਉਦੋਂ ਗरुड़ ਨੂੰ ਸ਼ੰਕਾ ਹੋਈ ਕਿ हे ਪ੍ਰਭੂ, ਆਪ ਤਾਂ ਇਹ ਮੰਤਰ ਦੇਵਤਿਆਂ ਦੀ ਪੂਜਾ ਦੇ ਦਿੰਦੇ ਹੋ। ਆਪ ਜੀ ਨੇ ਤਾਂ ਦੱਸਿਆ ਸੀ ਕਿ ਇਹਨਾਂ ਤੋਂ ਦੂਜਾ ਵਾਸਤਵ ਅਵਿਨਾਸ਼ੀ ਸਤਪੁਰਸ਼ ਹੈ। ਉਹ ਕਾਲ ਦੇ ਬੰਧਨ ਨੂੰ ਕੱਟਦਾ ਹੈ। ਇਹਨਾਂ ਦੇਵਤਿਆਂ ਦੀ ਪੂਜਾ ਨਾਲ ਕਿਵੇਂ ਮੋਕਸ਼ ਹੋ ਸਕੇਗਾ। ਇਹ ਤਾਂ ਨਾਇਬ ਯਾਨੀ ਛੋਟੇ ਦੇਵਤਾ ਹਨ। ਇਹਨਾਂ ਦਾ ਸਾਹਿਬ ਯਾਨੀ ਕਾਲ ਪ੍ਰਭੂ ਹੈ। ਨਾਇਬ ਯਾਨੀ ਛੋਟੇ ਦੇਵਤਾ ਤੋਂ ਸਾਹਿਬ ਯਾਨੀ ਮਾਲਕ ਕਿਵੇਂ ਡਰ ਮੰਨੇਗਾ। ਯਾਨੀ ਇਹਨਾਂ ਦੇਵਤਾਵਾਂ ਦੀ ਭਗਤੀ ਨਾਲ ਕਾਲ ਦੇ ਜਾਲ ਤੋਂ ਕਿਵੇਂ ਛੁੱਟ ਪਾਵਾਂਗੇ। ਗਿਆਨੀ ਕਬੀਰ ਬਚਨ ਸਾਧਨਾ ਕੋ ਪੂਜਾ ਮਤ ਜਾਨੋ, ਸਾਧਨਾ ਕੋ ਮਜ਼ਦੂਰੀ ਮਾਨੋ। ਜੋ ਕੋ ਅਮਰ ਫਲ ਖਾਨੋ ਚਾਹੇ, ਪਹਿਲੇ ਬਹੁਤੇ ਮਿਹਨਤ ਕਰਾਵੇ। ਧਨ ਹੋਵੇ ਫਲ ਅਮਰ ਖਾਵੇ, ਅਮਰ ਫਲ ਇਸ਼ਟ ਕਹਾਵੇ। पूजा इष्ट की कहिए, ऐसे मेहनत साधना लहिए। यह सुन गरुड़ पयो आनंदा, शंसय सूल कियो निकंदा। भाव अर्थ परमेश्वर कबीर जी ਨੂੰ ਗरुड़ ਦੇਵ ਨੇ ਕਿਹਾ ਕਿ हे ਪਰਮੇਸ਼ਵਰ, ਆਪਣੇ ਤਾਂ ਇਹਨਾਂ ਦੇਵਤਾਵਾਂ ਦੇ ਨਾਮ ਮੰਤਰ ਦੇ ਦਿੱਤੇ, ਇਹ ਇਹਨਾਂ ਦੀ ਪੂਜਾ ਹੈ। ਆਪ ਨੇ ਦੱਸਿਆ ਕਿ ਇਹ ਤਾਂ ਕੇਵਲ 16 ਕਲਾ ਯੁਕਤ ਪ੍ਰਭੂ ਹਨ। ਕਾਲ 1000 ਕਲਾ ਯੁਕਤ ਪ੍ਰਭੂ ਹੈ।
ਪੂਰਨ ਬ੍ਰਹਮ ਅਸੰਖ ਕਲਾ ਦਾ ਪਰਮੇਸ਼ਵਰ ਹੈ। ਆਪ ਜੀ ਨੇ ਸ੍ਰਿਸ਼ਟੀ ਰਚਨਾ ਵਿੱਚ ਇਹ ਵੀ ਦੱਸਿਆ ਹੈ ਕਿ ਕਾਲ ਨੇ ਆਪ ਨੂੰ ਰੋਕ ਰੱਖਿਆ ਹੈ। ਕਾਲ ਬ੍ਰਹਮ ਦੇ ਅਧੀਨ ਤਿੰਨੋਂ ਦੇਵਤਾ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਹਨ। हे ਪਰਮੇਸ਼ਵਰ, ਨਾਇਬ ਯਾਨੀ ਉਪ ਯਾਨੀ ਛੋਟਾ ਤੋ ਸਾਹਿਬ ਯਾਨੀ ਸਵਾਮੀ ਮਾਲਕ ਕਿਵੇਂ ਡਰੇਗਾ? ਯਾਨੀ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਤਾਂ ਕੇਵਲ ਕਾਲ ਬ੍ਰਹਮ ਦੇ ਨਾਇਬ ਹਨ। ਜਿਵੇਂ ਨਾਇਬ ਤਹਿਸੀਲਦਾਰ ਜਾਣੇ ਛੋਟਾ ਤਹਿਸੀਲਦਾਰ ਹੁੰਦਾ ਹੈ, ਤਾਂ ਛੋਟੇ ਤੋਂ ਵੱਡਾ ਕਿਵੇਂ ਡਰ ਮੰਨੇਗਾ? ਭਾਵ ਅਰਥ ਹੈ ਕਿ ਇਹ ਕਾਲ ਬ੍ਰਹਮ ਦੇ ਨਾਇਬ ਹਨ। ਆਪ ਨੇ ਇਹਨਾਂ ਦੀ ਭਗਤੀ ਦੱਸੀ ਹੈ, ਇਹਨਾਂ ਦੇ ਮੰਤਰ ਜਾਪ ਦਿੱਤੇ ਹਨ। ਇਹ ਨਾਇਬ ਆਪਣੇ ਸਾਹਿਬ ਕਾਲ ਬ੍ਰਹਮ ਤੋਂ ਸਾਨੂੰ ਕਿਵੇਂ ਛਡਵਾ ਸਕਣਗੇ? ਉਦੋਂ ਪਰਮੇਸ਼ਵਰ ਕਬੀਰ ਜੀ ਨੇ ਪੂਜਾ ਅਤੇ ਸਾਧਨਾ ਵਿੱਚ ਭੇਦ ਦੱਸਿਆ ਕਿ ਜੇਕਰ ਕਿਸੇ ਨੂੰ ਅਮਰ ਫਲ ਯਾਨੀ ਅੰਬ ਦਾ ਫਲ ਖਾਣ ਦੀ ਇੱਛਾ ਹੋਈ ਹੈ, ਤਾਂ ਅੰਬ ਫਲ ਉਸ ਦਾ ਪੂਜਨੀਏ ਹੈ। ਜਿਵੇਂ ਧਨ ਕਮਾਉਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ, ਉਸ ਧਨ ਨਾਲ ਅੰਬ ਮੁੱਲ ਲੈ ਕੇ ਖਾਧਾ ਜਾਂਦਾ ਹੈ। ਇਸ ਹੀ ਪ੍ਰਕਾਰ ਪੂਰਨ ਪਰਮਾਤਮਾ ਸਾਡਾ ਇਸ਼ਟ ਦੇਵ ਯਾਨੀ ਪੂਜਨੀਏ ਦੇਵ ਹੈ। ਜੋ ਦੇਵਤਾਵਾਂ ਦੇ ਮੰਤਰ ਦਾ ਜਾਪ ਮਿਹਨਤ ਮਜ਼ਦੂਰੀ ਹੈ, ਜੋ ਨਾਮ ਜਾਪ ਦੀ ਕਮਾਈ ਰੂਪੀ ਭਗਤੀ ਧਨ ਮਿਲੇਗਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 178। ਉਸ ਨੂੰ ਕਾਲ ਬ੍ਰਹਮ ਲਈ ਛੱਡ ਕੇ ਕਰਜ਼ ਮੁਕਤ ਹੋ ਕੇ ਆਪਣੇ ਇਸ਼ਟ ਯਾਨੀ ਪੂਜੈ ਦੇਵ ਕਬੀਰ ਦੇਵ ਨੂੰ ਪ੍ਰਾਪਤ ਕਰਾਂਗੇ। ਇਹ ਗੱਲ ਸੁਣ ਕੇ ਗਰੁੜ ਜੀ ਅਤੀ ਪ੍ਰਸੰਨ ਹੋਏ ਅਤੇ ਦੀਖਿਆ ਪ੍ਰਾਪਤ ਕੀਤੀ। ਗਰੁੜ ਨੂੰ ਤ੍ਰੇਤਾ ਯੁੱਗ ਵਿੱਚ ਸ਼ਰਨ ਵਿੱਚ ਲਿਆ ਸੀ। ਸ੍ਰੀ ਵਿਸ਼ਨੂੰ ਜੀ ਦਾ ਵਾਹਨ ਹੋਣ ਕਰਕੇ ਅਤੇ ਵਾਰ-ਵਾਰ ਉਹਨਾਂ ਦੀ ਮਹਿਮਾ ਸੁਣਨ ਦੇ ਕਾਰਨ ਅਤੇ ਕੁਝ ਚਮਤਕਾਰ ਸ੍ਰੀ ਵਿਸ਼ਨੂੰ ਜੀ ਦੇ ਦੇਖ ਕੇ ਗਰੁੜ ਜੀ ਦੀ ਆਸਥਾ ਗੁਰੂ ਜੀ ਵਿੱਚ ਘੱਟ ਹੋ ਗਈ, ਪਰੰਤੂ ਗੁਰੂ ਤਰੋਹੀ ਨਹੀਂ ਹੋਇਆ। ਫਿਰ ਕਿਸੇ ਜਨਮ ਵਿੱਚ ਮਾਨਵ ਸਰੀਰ ਪ੍ਰਾਪਤ ਕਰੇਗਾ, ਉਦੋਂ ਪਰਮੇਸ਼ਵਰ ਕਬੀਰ ਜੀ ਗਰੁੜ ਜੀ ਦੀ ਆਤਮਾ ਨੂੰ ਸ਼ਰਨ ਵਿੱਚ ਲੈ ਕੇ ਮੁਕਤ ਕਰਨਗੇ। ਦੀਖਿਆ ਦੇ ਪਿੱਛੋਂ ਗਰੁੜ ਜੀ ਨੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨਾਲ ਗਿਆਨ ਚਰਚਾ ਕਰਨ ਦਾ ਵਿਚਾਰ ਕੀਤਾ। ਗਰੁੜ ਜੀ ਚੱਲ ਕੇ ਬ੍ਰਹਮਾ ਜੀ ਦੇ ਕੋਲ ਗਏ, ਉਹਨਾਂ ਨਾਲ ਗਿਆਨ ਚਰਚਾ ਕੀਤੀ। गरुड़ बचन ब्रह्मा दे प्रति। ब्रह्मा कहा तुम कैसे आए, कहो गरुड़ मोहे अर्थाय। तब हम कहा सुनो निरंजन पूता, आया तुम्हें जगावन सूता। जन्म मरण एक झंझट पारी, पूर्ण मोक्ष कराओ त्रिपुरारी। शब्द अर्थ परमेश्वर कबीर जी तो दीख्या लैण तो बाद ਅਤੇ ਸੰਸਾਰ ਦੀ ਉਤਪत्ति ਦੀ ਕਥਾ ਸੁਣ ਕੇ ਗਰੁੜ ਜੀ ਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਜੋ ਗਿਆਨ ਪੁਰਾਣਾ ਅਤੇ ਵੇਦਾਂ ਵਿੱਚ ਹੈ ਉਹ ਗਿਆਨ ਕਬੀਰ ਜੀ ਦੇ ਗਿਆਨ ਨਾਲ ਮਿਲਦਾ ਹੈ, ਤਾਂ ਉਹ ਜੋ ਹੋਰ ਗਿਆਨ ਹੈ ਉਹ ਗਲਤ ਨਹੀਂ ਹੋ ਸਕਦਾ। ਸ੍ਰਿਸ਼ਟੀ ਦੀ ਉਤਪत्ति ਦਾ ਗਿਆਨ ਉਤਪत्ति ਕਰਤਾ ਯਾਨੀ ਪਰਮੇਸ਼ਵਰ ਦੇ ਬਿਨਾਂ ਕੋਈ ਨਹੀਂ ਦੱਸ ਸਕਦਾ। ਇਹ ਰਿਸ਼ੀ ਨਹੀਂ ਪਰਮੇਸ਼ਵਰ ਹੈ। ਇਹ ਵਿਚਾਰ ਕਰਕੇ ਗਰੁੜ ਜੀ ਬ੍ਰਹਮਾ ਜੀ ਦੇ ਲੋਕ ਵਿੱਚ ਗਏ, ਕਿਉਂਕਿ ਬ੍ਰਹਮਾ ਜੀ ਨੂੰ ਵੇਦਾਂ ਦਾ ਗਿਆਤਾ ਮੰਨਿਆ ਜਾਂਦਾ ਹੈ। ਬ੍ਰਹਮਾ ਨੇ ਗਰੁੜ ਦੇ ਆਉਣ ਦਾ ਕਾਰਨ ਜਾਣਨਾ ਚਾਹਿਆ ਕਿ ਗਰੁੜ ਕਿਵੇਂ ਆਉਣਾ ਹੋਇਆ। ਗਰੁੜ ਨੇ ਕਾਰਨ ਦੱਸਦੇ ਹੋਏ ਕਿਹਾ ਕਿ हे ਜੋਤੀ ਨਿਰੰਜਨ ਦੇ ਪੁੱਤਰ ਯਾਨੀ ਬ੍ਰਹਮਾ ਸੁਣ, ਮੇਰੇ ਆਉਣ ਦਾ ਕਾਰਨ ਮੈਂ ਆਪ ਜੀ ਨੂੰ ਅਗਿਆਨ ਅੰਧਕਾਰ ਨਾਲ ਸੁੱਤੇ ਨੂੰ ਤੱਤਵ ਗਿਆਨ ਦੁਆਰਾ ਜਗਾਉਣ ਯਾਨੀ ਸਤਰਕ ਕਰਨ ਆਇਆ ਹਾਂ। ਜਨਮ ਮਰਨ ਦਾ ਭਾਰੀ ਸੰਕਟ ਹੈ, ਆਪ ਆਪਣਾ ਪੂਰਨ ਮੋਕਸ਼ ਕਰਾਵੋ। ब्रह्मा बचन हमरा कोई नहीं जन्म दाता, बचन एक हमारी माता। पिता हमारा निरंकार जानी, हम है पूर्ण सारंग पानी। हमरा मरण कभू नहीं होवे, कौन अज्ञान में पंछी सोवे। तभी ब्रह्मा विमान मंगावा, विष्णु ब्रह्मा को तुरंत बुलावा। गए विमान दोनों पासा, पल में आन विराजे पासा। इंद्र कुबेर वरुण बुलाए, 33 करोड़ देवता आए। आए ऋषि मुनि और नाथा, सिद्ध साधक सब आ जाता। ब्रह्मा कहा गरुड़ नींद में बोले, कोरी चूट कूकर बहुत तोले। कि कोई और है सिरजनहारा, जन्म मरण बतावे हमारा। ताते मैं यह मजलिस जोड़ी, गरुड़ दे मन कया बाता दौड़ी। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 179। ऋषि मुनि अनुभव बताता, ब्रह्मा विष्णु शिव विदाता। निर्गुण सरगुण यही बन जावे, कभू नहीं मरण में आवे। शब्द अर्थ ब्रह्मा जी ने कहा कि हे गरुड़ साडा जन्म मौत ही नहीं, साडा कोई माता पिता नहीं, साडी केवल एक माता है। साडा पिता निरंकार है, असी पूਰਨ परमात्मा हा। सारंग माने धनुष, पानी माने हथ। हथ विच धनुष रखण वाले नूं काल लोक दे प्राणी परमात्मा कहंदे हन। हे पंछी गरुड़ तू अज्ञान नींद विच सोया है, सुन साडा जन्म मरण कदे नहीं हुंदा। उसे वेले ब्रह्मा ने विमान मंगवा के चालक नूं कहा कि विष्णु अते शिव नूं लै आओ। विमान दोवां नूं पल विच लै के आ गया।
ਇਸ ਦੇ ਨਾਲ-ਨਾਲ 33 ਕਰੋੜ ਦੇਵਤਾ ਅਤੇ ਦੇਵਤਾ ਦੇ ਰਾਜਾ ਇੰਦਰ ਅਤੇ ਧਨ ਦੇ ਦੇਵਤਾ ਕੁਬੇਰ, ਜਲ ਦੇ ਦੇਵਤਾ ਵਰੁਣ ਵੀ ਬੁਲਾਏ। 88,000 ਰਿਸ਼ੀਜਨ, 9 ਨਾਥ, 84 ਸਿੱਧ ਸਭ ਨੂੰ ਬੁਲਾਇਆ ਗਿਆ। ਪੂਰੀ ਸਭਾ ਲੱਗ ਗਈ। ਬ੍ਰਹਮਾ ਨੇ ਕਿਹਾ ਕਿ ਗਰੁੜ ਅਜਿਹੀਆਂ ਗੱਲਾਂ ਕਰ ਰਿਹਾ ਹੈ ਜਿਵੇਂ ਕੋਈ ਨੀਂਦ ਵਿੱਚ ਬੜਬੜਾਉਂਦਾ ਹੈ। ਸਭ ਝੂਠ ਕਹਿ ਰਿਹਾ ਹੈ ਕਿ ਤੁਸੀਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦਾ ਜਨਮ ਮ੍ਰਿਤਯੂ ਹਮੁਦਾ ਹੈ। ਤੁਹਾਡੇ ਇਲਾਵਾ ਕੋਈ ਹੋਰ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਪਰਮਾਤਮਾ ਹੈ। ਇਸ ਲਈ ਅਸੀਂ ਇਹ ਸਭਾ ਬੁਲਾਈ ਹੈ ਕਿ ਗਰੁੜ ਦੇ ਮਨ ਵਿੱਚ ਇਹ ਕਿਹੋ ਜਿਹੀਆਂ ਗੱਲਾਂ ਆ ਰਹੀਆਂ ਹਨ। ਬ੍ਰਹਮਾ ਜੀ ਕਹਿੰਦੇ ਰਹਿੰਦੇ ਸਨ ਕਿ ਸਭ ਰਿਸ਼ੀ ਅਤੇ ਮੁਨੀ ਯਾਨੀ ਸਾਧਕ ਆਪਣਾ ਅਨੁਭਵ ਦੱਸਦੇ ਹਨ ਕਿ ਬ੍ਰਹਮਾ, ਵਿਸ਼ਨੂੰ ਜਗਤ ਦੇ ਉਤਪਤੀ ਕਰਤਾ ਪਰਮਾਤਮਾ ਹੈ। ਇਹ ਵੀ ਨਿਰਗੁਣ ਅਤੇ ਸਰਗੁਣ ਬਣ ਕੇ ਲੀਲਾ ਕਰਦੇ ਹਨ। ਇਹਨਾਂ ਦੀ ਕਦੇ ਮੌਤ ਨਹੀਂ ਹੁੰਦੀ। ਵਿਸ਼ਨੂੰ ਬਚਨ, ਪੰਕਸ਼ੀ ਰਾਜ ਯਹ ਕਇਆ ਮਨ में आई, पाप लागे बना आलोचक पाई। हमसे और कौन बडेरा दाता, हम है करता और चौथी माता। तुरी मत्य ज्ञान हरलीनी, हम हैं पूर्ण करतार तीनी। ਸ਼ਬਦ ਅਰਥ, ਵਿਸ਼ਨੂੰ ਨੇ ਕਿਹਾ ਕਿ ਹੇ ਪੰਛੀਆਂ ਦੇ ਰਾਜਾ ਗਰੁੜ, ਤੇਰੇ ਮਨ ਵਿੱਚ ਇਹ ਗਲਤ ਗੱਲ ਕਿਵੇਂ ਆਈ ਕਿ ਸਾਡਾ ਜਨਮ ਮਰਨ ਹਮੁਦਾ ਹੈ। ਆਪ ਤਾਂ ਨਿੰਦਾ ਦੇ ਪਾਤਰ ਬਣ ਗਏ ਹੋ। ਸਾਡੇ ਤੋਂ ਵੱਡਾ ਕਿਹੜਾ ਪਰਮਾਤਮਾ ਹੈ। ਅਸੀਂ ਤਿੰਨੋਂ ਅਤੇ ਚੌਥੀ ਮਾਤਾ ਦੁਰਗਾ ਹੀ ਸੰਸਾਰ ਦੇ ਕਰਤਾ ਹਨ। ਤੇਰੀ ਬੁੱਧੀ ਅਗਿਆਨ ਨੇ ਸਮਾਪਤ ਕਰ ਦਿੱਤੀ ਹੈ। ਸਾਡੇ ਤੋਂ ਕੋਈ ਹੋਰ ਸ੍ਰਿਸ਼ਟੀ ਦਾ ਉਤਪਤੀ ਕਰਤਾ ਦੱਸ ਰਿਹਾ ਹੈ। ਅਸੀਂ ਤਿੰਨੋਂ ਪੂਰਨ ਕਰਤਾਰ ਯਾਨੀ ਪੂਰਨ ਪਰਮਾਤਮਾ ਹਨ। ਸ੍ਰਿਸ਼ਟੀ ਦੇ ਉਤਪਤੀ ਕਰਤਾ ਹਾਂ। ਮਹਾਦੇਵ ਬਚਨ, ਕਹੇ ਮਹਾਦੇਵ ਪੰਛੀ ਹੈ ਪੋਲਾ, ਹਿਰਦੈ ਗਿਆਨ ਇਨ ਨਹੀਂ ਤੋਲਾ। ब्रह्मा बनावे विष्णु पाले, हम सबका का करते काले। और बता गरुड़ अज्ञानी, ऋषि बतावे तुम नहीं मानी। चलो माता से पूछे बाता, निर्णय करो कौन है विदाता। सबने कहा सही है बानी, निर्णय करेगी माता रानी। सब उठ गए माता पासा, आपन समस्या करी प्रकाशा। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 180। शब्द अर्थ, महादेव यानी शिव जी ने कहा कि यह पंछी पोला है। इसने अपनी ज्ञान दी जांच कीते बिना ही बोल रहा है। ब्रह्मा जीव दी उत्पत्ति करदा है, विष्णु पालन करदा है, मैं संहार करदा हा। हे आज्ञानी गरुड़ तू दस होर कौन समर्थ प्रभु है। श्री शिव जी ने उपस्थित सभा नूं कहा कि चलो माता दुर्गा जी तो जानदे हा कि पूਰਨ परमात्मा कौन है, फैसला करके दसे। शिव जी दी राय दा सब ने अनुमोदन कीता, कहा कि आप दियां गल्लां सही हन, माता रानी फैसला करेगी। सभा विच उपस्थित सब उठ के माता देवी जी दे कोल गए अते अपनी समस्या दसी। माता बचन, कहा माता गरुड़ बताओ और करता है कौन समझाओ। शब्द अर्थ, माता देवी जी ने गरुड़ नूं ही प्रश्न कीता कि तू ही दस के संसार दा विदाता यानी उत्पत्ति करन वाला इन्हां तो भिन्न कौन है। गरुड़ बचन, मात तुम जानत हो सारी, सच बता कहे न्यायकारी। सभा में झूठी बात बनावे, वाका वंश समूला जावे। मैं सुना और आंखों देखा, करता अविगत अलग विशेष। जहां से जन्म हुआ तुम्हारा, वह है सबका सिरजनहारा। वेद जाका नित गुण गावे, केवल वही एक अमर बतावे। मर है ब्रह्मा विष्णु नरेशा, मर है सब शंकर शेषा। अमर पुरुष सत्यपुर रहता, अपने मुख सत्य ज्ञान व कहता। वेद कहे व पृथ्वी पर आवे, पूले जीवन को ज्ञान बतलावे। कया यह झूठ है शास्त्र सारे, तुम व्यर्थ बन बैठे सिरजनहारे। मान वडाई छोड़ो पाई, ताकि भक्ति करे अमरापुर जाई। माता कहना साची बाता, बताओ देवी है कौन विदाता। शब्द अर्थ, गरुड़ ने कहा है माता आप नूं सब ज्ञान है। न्यायाधीश नूं चाहिदा है कि ਉਹ ਸਭ ਸੱਚ ਗੱਲ ਕਹੇ। ਜੋ ਨਿਆਇਕਰਤਾ ਸਭਾ ਵਿੱਚ ਝੂਠੀ ਗੱਲ ਕਰਦਾ ਹੈ ਤਾਂ ਇਹ ਪਰਮਾਤਮਾ ਦਾ ਵਿਧਾਨ ਹੈ ਕਿ ਉਸ ਦਾ ਵੰਸ਼ ਨਸ਼ਟ ਹੁੰਦਾ ਹੈ। ਗਰੁੜ ਨੇ ਅੱਗੇ ਕਿਹਾ ਕਿ हे ਮਾਤਾ, ਜਿਸ ਪਰਮੇਸ਼ਵਰ ਨੇ ਆਪ ਦੀ ਵੀ ਉਤਪਤੀ ਕੀਤੀ ਹੈ ਉਹ ਸਭ ਦਾ ਉਤਪਤੀ ਕਰਤਾ ਹੈ। ਮੈਂ ਅੱਖੀ ਦੇਖਿਆ ਅਤੇ ਤਤਵਦਰਸ਼ੀ ਤੋਂ ਸੁਣਿਆ ਹੈ। ਉਹ ਕਰਤਾ ਦਿਵਿਆ ਅਵਿਗਤ ਵਿਸ਼ੇਸ਼ ਹੈ। ਉਹ ਪਿੰਨ ਹੈ। ਅਵਿਗਤ ਦਾ ਅਰਥ ਹੈ ਜਿਸ ਦਾ ਭੇਦ ਗੁਪਤ ਹੋਵੇ। ਵੇਦਾਂ ਵਿੱਚ ਉਸ ਹੀ ਦੀ ਮਹਿਮਾ ਜ਼ਿਆਦਾ ਕਹੇ ਹੈ। ਵੇਦਾਂ ਵਿੱਚ ਦੱਸਿਆ ਹੈ ਕਿ ਕੇਵਲ ਉਹੀ ਇੱਕ ਅਵਿਨਾਸ਼ੀ ਦੱਸਿਆ ਹੈ। ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੀ ਮੌਤ ਹੋਵੇਗੀ। ਅਵਿਨਾਸ਼ੀ ਪਰਮਾਤਮਾ ਤਾਂ ਸਤਲੋਕ ਯਾਨੀ ਰਿਤਾਮਾ ਵਿੱਚ ਰਹਿੰਦਾ ਹੈ। ਉਹੀ ਪ੍ਰਿਥਵੀ ਤੇ ਪ੍ਰਗਟ ਹੋ ਕੇ ਯਥਾਰਥ ਅਧਿਆਤਮਿਕ ਗਿਆਨ ਆਪਣੇ ਮੁਖ ਤੋਂ ਬੋਲੀ ਬਾਣੀ ਵਿੱਚ ਦੱਸਦਾ ਹੈ।
ਅਗਿਆਨ ਦੇ ਕਾਰਨ ਸਤ ਭਗਤੀ ਮਾਰਗ ਤੋਂ ਭਟਕੇ ਚੰਗੇ ਸਾਧਕਾਂ ਨੂੰ ਸਤ ਮਾਰਗ ਦਾ ਗਿਆਨ ਕਰਾਉਂਦਾ ਹੈ। ਇਹ ਸਭ ਵੇਦਾਂ ਵਿੱਚ ਪ੍ਰਮਾਣ ਹੈ ਕਿ ਇਹ ਸਭ ਸ਼ਾਸਤਰ ਝੂਠੇ ਹਨ। ਹੇ ਤਿੰਨੋਂ ਦੇਵਤਾਓ, ਆਪ ਫੋਕਟ ਸਿਰਜਣਹਾਰ ਬਣੇ ਬੈਠੇ ਹੋ। ਹੇ ਭਾਈ ਯਾਨੀ ਬ੍ਰਹਮਾ ਵਿਸ਼ਨੂੰ ਸ਼ਿਵ ਮਾਨ ਬੜਾਈ ਤਿਆਗ ਕੇ ਆਪਣੇ ਜੀਵ ਦਾ ਕਲਿਆਣ ਕਰਾਓ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 181। उस पूर्ण परमात्मा दी भगती कर गरुड़ ने माता दे वल अभिमुख हो के प्रार्थना कीती कि हे माता दसो कौन है संसार दा उत्पत्ति करता। माता दुर्गा बचन माता के सुनोरे पूता तुम जोगी तीनों अवधूता भक्ति करी ना मालिक पाए अपने को तुम अमर बताए। वह करता है सबसे न्यारा हम तुम सब का सिरजनहारा। गरुड़ कहत है सच्ची बाणी ऐसे बचन कहे माता रानी। सब उठ गए अपने अस्थाना साच बचन कहू नहीं माना। शब्द दा अर्थ माता देवी दुर्गा ने ब्रह्मा विष्णु शिव नू कहा कि हे पुत्रो सुनो आप तिन्नों खुद साधक हो सत भगती कीती नहीं अपने नू अमर दस रहे हो क्योंकि आप नू परमात्मा मिलिया ही नहीं। ਉਹ ਸ੍ਰਿਸ਼ਟੀ ਦਾ ਉਤਪੱਤੀ ਕਰਤਾ ਤਾਂ ਸਭ ਤੋਂ ਭਿੰਨ ਹੈ। ਉਸੇ ਨੇ ਤੁਹਾਡੇ ਅਤੇ ਸਾਡੇ ਜੀਵਾਂ ਦੀ ਉਤਪੱਤੀ ਕੀਤੀ ਹੈ। ਮਾਤਾ ਨੇ ਜਦੋਂ ਇਹ ਗੱਲ ਕਹੀ ਤਾਂ ਸਭਾ ਦੇ ਸਭ ਮੈਂਬਰ ਅਤੇ ਬ੍ਰਹਮਾ ਵਿਸ਼ਨੂੰ ਮਹੇਸ਼ ਉੱਠ ਕੇ ਆਪਣੇ ਆਪਣੇ ਸਥਾਨਾਂ ਤੇ ਚਾਲੇ ਗਏ, ਪਰੰਤੂ ਮਾਤਾ ਦੀ ਗੱਲ ਨੂੰ ਵੀ ਸੱਚ ਨਹੀਂ ਮੰਨਿਆ। गरुड़ बचन ब्रह्मा विष्णु मोहे बुलाया महादेव भी वहां बैठ पाया। तीनों कहे कोई दो परमाणा तब हम तोहे साचा जानना। मैं कहा गूंगा गुड़ खावे दूजे को स्वाद किया बतलावे। मैं जात हूँ सतगुरु पासा ला प्रमाण करूँ परन विनासा। त्रिदेव कह लो परीक्षा हमारी पूर्ण करें तेरी आशा सारी। हम ही मारे हम ही बचावे हम रहत सदा निर्दवय। गरुड़ कहाँ हम करे परीक्षा तुम पूर्ण तो लो तुरी दीक्षा। उड्डा वहां से गुरु पासे सब विरतात का सुनाया। शब्द अर्थ गरुड़ जी नू ब्रह्मा जी श्री विष्णु जी अते श्री शिव जी ने अपने कोल श्री विष्णु लोक विच बुलाया अते कहा हे गरुड़ आप कोई प्रमाण दिओ कि साडे तो उपर कोई समर्थ शक्ति है। कोई अनुभव दसो फिर असी आप दी गल सच्ची मन्नांगे। गरुड़ जी ने उत्तर दिता कि गूंगा व्यक्ति गुड़ खा के उस दा होर नू उस दा स्वाद नहीं दस सकदा, ओ उस दा आनंद खुद ही महसूस करदा है, प्रशंसित दिखाई दिंदा है। इस तरह मैं अपने अनुभव नू आप नाल साझा नहीं कर सकदा। मैं सतगुरु तो सच्चा आध्यात्मिक ज्ञान सुनिया है अते पूर्ण परमात्मा नू अखी देखिया है। आप जी नू तां सतगुरु ही परमात्मा दे दर्शन करा सकदा है। मैं अपने सतगुरु जी दे कोल जांदा हा। आप जी नू विश्वास कराउण दे लई कोई प्रमाण लियावांगा जिस नाल आप दी शंका दा समाधान हो सके। तिन्नों देवता बोले कि तू साडी परीक्षा करके वेख लै, असी तेरी सारी मनोकामना पूरी कर देवांगे। असी ही उत्पन्न करदे हा, असी ही पालन करदे हा, असी ही मारदे हा, असी ही मौत तो बचाउंदे हा। असी तिन्नों पूर्ण स्वतंत्र हा, असी जो चाहे ओही कर सकदे हा। गरुड़ जी ने कहा कि मैं आप दी परीक्षा लवांगा। जेकर आप पूर्ण परमात्मा साबित होए तां मैं आप दा शिष बनांगा। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 182। गरुड़ उत्थों उड़ के सतगुरु कबीर जी दे कोल आया। कबीर जी उस वेले योगजीत नाम नाल प्रगट होए सन। योगजीत जी यानी कबीर जी नू सब वरितात दस्या। सतगुरु यानी कबीर बचन। गरुड़ सुनो बंग देश को जाओ, बालक मरेगा कहो उसे बचाओ। दिन 3 की आयु शेषा, करो जीवत ब्रह्मा विष्णु महेशा। फिर हम पास आना पाई, हम बालक को देवैन जिवाई। बंग देश में गरुड़ गयो, बालक लिया साथ। त्रिदेव से अर्ज करी, जीवन दे बालक करो सुनात। शब्द अर्थ कबीर जी ने कहा कि हे गरुड़ आप बंग देश वर्तमान विच बंगलादेश विच जाओ। उत्थे एक बालक दी 3 दिन दी उम्र बाकी है, उस दी मौत होवेगी। उस बालक नू लै के ब्रह्मा विष्णु महेश दे कोल लै जाना। उन्हां नू कहना कि इस बालक नू जीवत करो। उन्हां तो जीवत नहीं होवेगा, फिर बालक नू मेरे कोल लै आउणा, मैं जीवत कर देवांगा। गरुड़ जी अपने सतगुरु दे आदेश अनुसार बंग देश तो बालक नाल लै के ਤਿੰਨੋਂ ਦੇਵਤਿਆਂ ਦੇ ਕੋਲ ਗਏ ਅਤੇ ਅਰਜ਼ ਕੀਤੀ ਕਿ ਇਸ ਲੜਕੇ ਦੀ ਉਮਰ ਵਰਦੀ ਕਰਕੇ ਜੀਵਨ ਦਾਨ ਦੇਵੋ।
ਤਾਂ ਮੰਨਾ ਕਿ ਆਪ ਸਮਰੱਥ ਪਰਮਾਤਮਾ ਹੋ। त्रिदेव बचन धर्मराज पर है लेखा सारा, बासे जाने सब विचारा। गरुड़ और बालक सारे गए धर्मराज दरबारे, धर्मराज से आयु जानी दिन 3 शेष बिखानी। याकी आयु बढ़ै नाही, मृत्यु अति नेड़े आई। त्रिदेव मह आए राखो लाजा, हम कया मुख दिखावैन धर्मराजा। धर्म के हापन आयु दे पाई, तो बालक की आयु बढ़ जाई। चले तीनों नहीं पार बसाई, बने बैठे थे समर्थ राई। सुन गरुड़ यह सत है पाई, आई मृत्यु ना टाली जाई। शब्द अर्थ तिन्ना देवतिया ने कहा कि धर्मराज दे कोल सब जीवा दी जन्म मृत्यु दा लेखा है। उस नाल गल करदे हा गरुड़ बच्चा अते तिन्नों देवता धर्मराज काल ब्रह्म दा न्यायाधीश दे दरबार विच गए अते बच्चे दी उमर किन्नी बाकी है ਇਹ पता कीता तां 3 दिन दी उमर बाकी पाई। धर्मराज ने कहा कि इस दी मौत बहुत नेड़े है, उमर वध नहीं सकती। ਤਿੰਨੋਂ ਦੇਵਤਾਵਾਂ ਨੇ ਧਰਮਰਾਜ ਨੂੰ ਕਿਹਾ ਕਿ हे ਧਰਮਰਾਜ, ਅਸੀਂ ਤੇਰੇ ਦਰਬਾਰ ਵਿੱਚ ਆਏ ਹਾਂ, ਸਾਡੀ ਇੱਜ਼ਤ ਰੱਖੋ, ਇਸ ਬਾਲਕ ਦੀ ਉਮਰ ਵੱਧ ਕਰ ਦੇਵੋ, ਇਸ ਸੰਸਾਰ ਵਿੱਚ ਕਿੱਦਾਂ ਇੱਜ਼ਤ ਪਾਵਾਂਗੇ। ਧਰਮਰਾਜ ਨੇ ਕਿਹਾ ਕਿ ਆਪ ਵਿੱਚੋਂ ਕੋਈ ਵੀ ਆਪਣੀ ਉਮਰ ਦੇਵੋ ਤਾਂ ਆਪ ਦੀ ਮੌਤ ਹੋ ਜਾਏਗੀ, ਬਾਲਕ ਦੀ ਉਮਰ ਵੱਧ ਜਾਏਗੀ। ਗਰੁੜ ਨੇ ਦੱਸਿਆ ਕਿ ਇਹ ਗੱਲ ਸੁਣ ਕੇ ਤਿੰਨੋਂ ਉੱਠ ਕੇ ਚਲੇ ਗਏ। ਜੋ ਸਵਯੰਭੂ ਬਣੇ ਬੈਠੇ ਸਨ ਤਿੰਨੋਂ ਇਹ ਕਹਿੰਦੇ ਚਲੇ ਗਏ ਕਿ हे ਗਰੁੜ, ਇਹ ਸੱਚ ਹੈ कि जिस दी मौत आ जाती है उसनू टालिया नहीं जा सकता। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 183। गरुड़ बचन समर्थ में गुण ऐसा बताया, आयु बढ़ावे और अमर करवाया। अब मैं जाऊँ समर्थ पासा, बालक बचने की पूरी आशा। गया गरुड़ कबीर की शरणा, दया करो हो साहेब जरना, यानी विश्वास। शब्द अर्थ गरुड़ ने कहा कि समर्थ विच अजिही शक्ति दसी है कि साधक दी उमर वरिधी करदा है अते जन्म मृत्यु नूं सदा दे लई खत्म करके अमर कर दिंदा है। हुण मैं समर्थ परमेश्वर दे कोल जांदा हा, लड़के दी मौत टलण दी पूरी आशा है। ਇਹ ਕਹਿ ਕੇ ਗਰੁੜ ਜੀ ਨੇ ਬਾਲਕ ਨੂੰ ਉਸ ਦੇ ਘਰ ਛੱਡਿਆ ਅਤੇ ਕਬੀਰ ਪਰਮੇਸ਼ਵਰ ਦੇ ਕੋਲ ਗਿਆ ਅਤੇ ਕਿਹਾ ਕਿ हे ਪਰਮਾਤਮਾ, ਬੱਚੇ ਨੂੰ ਜੀਵਤ ਕਰਨ ਦੀ ਦਇਆ ਕਰੋ ਤਾਂ ਕਿ ਜਨਤਾ ਨੂੰ ਆਪ ਜੀ ਦੇ ਸਮਰੱਥਤਾ ਤੇ ਵਿਸ਼ਵਾਸ ਹੋ ਸਕੇ। ਕਬੀਰ ਸਾਹਿਬ ਬਚਨ ਸਨੋ ਗਰੁੜ ਏਕ ਅਮਰ ਬਾਨੀ, ਇਹ ਅੰਮ੍ਰਿਤਲੇ ਬਾਲਕ ਪਿਲਾਨੀ। ਜਵੈ ਬਾਲਕ ਉਮਰ ਵੜ ਜਾਵੇ, ਜਗ ਵਿਚਰੈ ਬਾਲਕ ਨਿਰਦਾਵੈ। बालक लाना मेरे पासा, नाम दान कर काल विनाशा। जैसा कहा गरुड़ ने कीना, बालक को जा अमृत दीना। ले बालक तुरंत ही आए, सतगुरु से दीक्षा पाए। आशीर्वाद दिया सतगुरु स्वामी, दया करी प्रभु अंतर्यामी। बदला धर्मराज का लेखा, ब्रह्मा विष्णु शिव आंखों देखा। गए फिर धर्मराज दरबारा, लेखा फिर दिखाओ तुमरा। धर्मराज जब खाता खोला, अचरज देख मूक से बोला, परमेश्वर का यह खेल निराला, उसका क्या कर्त है काला। वो समर्थ राखणहारा, वाने लेख बदल दिया सारा। 100 वर्ष यह बालक जीवे, भक्ति ज्ञान सुधा रस पीवे। यह भी लेख इसी के माही, आंखों देखो झूठी नाही। देखा लेखा तिन्नो देवा, अचरज हुआ कहून कया पेवा। बोले ब्रह्मा विष्णु महेशा, परम पुरुष है कोई विशेषा। जो चाहे वह मालिक करसी, वाकी शरण फिर कैसे मरसी। पंछी राज तुम साचे पाए, नाहक हम मगज बचाए। करो तुम जो मान मन तेरा, तुमरा गरुड़ भाग बडेरा। पूर्ण ब्रह्म अविनाशी दाता, सच में है कोई और विदाता। इतना कह गए आपने तामा, गरुड़ और बालक कर प्रणामा। भक्ति करी बालक चित लाई, गरुड़ और बालक पये गुरु पाई। धर्मदास यह गरुड़ को बोधा, एक एक बचन कहा मैं सोदा। शब्द अर्थ कबीर परमेश्वर ने अपने करमंडल यानी लोटे विचों कुछ जल गरुड़ नूं दिता ਅਤੇ ਕਿਹਾ ਕਿ ਇਹ ਅੰਮ੍ਰਿਤ ਜਲ ਹੈ, ਇਸ ਨੂੰ ਲੜਕੇ ਨੂੰ ਪਿਲਾ ਦੇਣਾ। ਇਸ ਨੂੰ ਪੀਣ ਨਾਲ ਉਸ ਦੀ ਇੱਛਾ ਦਿਖਿਆ ਲੈਣ ਦੀ ਬਣੇਗੀ, ਕਾਲ ਦਾ ਦਬਾਅ ਹਟ ਜਾਏਗਾ। ਫਿਰ ਉਸ ਨੂੰ ਮੇਰੇ ਕੋਲ ਲਿਆ ਕੇ ਦਿਖਿਆ ਦਿਲਾਉਣਾ।